ਬੀਬੀ ਜਗੀਰ ਕੌਰ ਦੀ ਬਗਾਵਤ ਦੇ ਵਿਚਾਲੇ ਅਕਾਲੀ ਦਲ ਨੇ ਬਦਲੀ ਰਵਾਇਤ। ਐਜੀਪੀਸੀ ਪ੍ਰਧਾਨ ਦੀ ਚੋਣ ਦੇ ਲਈ ਪਹਿਲੀ ਵਾਰ ਐਲਾਨਿਆ ਨਾਮ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਉਮੀਦਵਾਰ। ਇਸ ਤੋਂ ਪਹਿਲਾਂ ਸਿੱਧਾ ਜਨਰਲ ਇਜਲਾਸ ਦੇ ਵਿੱਚ ਹੀ ਪ੍ਰਸਤਾਵਿਤ ਕੀਤਾ ਜਾਂਦਾ ਸੀ ਨਾਮ। ਪਰਾਲੀ ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਮਚਿਆ ਸਿਆਸੀ ਘਮਸਾਨ। ਹੁਣ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੇਨਾ ਨੇ ਸੀਐਮ ਭਗਵੰਤ ਮਾਨ ਨੂੰ ਲਿਖੀ ਚਿੱਠੀ। ਪੰਜਾਬ ਦੇ ਵਿੱਚ ਸੜ ਰਹੀ ਪਰਾਲੀ ਨੂੰ ਲੈ ਕੇ ਜਤਾਈ ਚਿੰਤਾ। ਪੰਜਾਬ ਦੀ ਪਰਾਲੀ ਤੋਂ ਹੋ ਰਹੇ ਪ੍ਰਦੂਸ਼ਣ ਦੀ ਸੀਐਮ ਮਾਨ ਅਤੇ ਕੇਜਰੀਵਾਲ ਨੇ ਲਈ ਜ਼ਿੰਮੇਵਾਰੀ। ਬੋਲੇ ਅਗਲੇ ਸਾਲ ਤੱਕ ਕਰ ਦੇਵਾਂਗੇ ਹੱਲ, ਹੁਣੇ ਤੋਂ ਹੀ ਕਰ ਰਹੇ ਹਾਂ ਤਿਆਰੀ, ਪਰ ਕਿਸਾਨਾਂ ਤੇ ਪਰਚੇ ਕਰਨਾ ਨਹੀਂ ਹੈ ਕੋਈ ਹੱਲ। ਗੰਭੀਰ ਪ੍ਰਦੂਸ਼ਣ ਦੇ ਵਿਚਾਲੇ ਕੱਲ ਤੋਂ ਦਿੱਲੀ ਦੇ ਪ੍ਰਾਇਮਰੀ ਸਕੂਲ ਬੰਦ। ਵੱਡੀਆਂ ਕਲਾਸਾਂ ਦੇ ਲਈ ਆਊਟਡੋਰ ਐਕਟੀਵਿਟੀਜ਼ ਤੇ ਰੋਕ। ਕੇਜਰੀਵਾਲ ਬੋਲੇ ਆਡ ਈਵਨ ਤੇ ਵੀ ਕਰ ਰਹੇ ਹਾਂ ਵਿਚਾਰ। ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਐਨਐਚਆਰਸੀ ਨੇ ਵੀ ਜਤਾਈ ਨਾਰਾਜ਼ਗੀ। ਪੰਜਾਬ, ਹਰਿਆਣਾ ਤੇ ਦਿੱਲੀ ਦੇ ਮੁੱਖ ਸਕੱਤਰ ਕੀਤੇ ਤਲਬ। 10 ਨਵੰਬਰ ਨੂੰ ਸਾਰਿਆਂ ਨੂੰ ਸੱਦਿਆ ਦਿੱਲੀ। ਫਰੀਦਕੋਟ ਦੇ ਪਿੰਡ ਜੁਨ ਸਿੰਘ ਵਾਲਾ ਦੇ ਵਿੱਚ ਕੱਲ ਤੋਂ ਕਿਸਾਨਾਂ ਨੇ ਬੰਦਕ ਬਣਾਏ ਹੋਏ ਨੇ। ਨੋਡਲ ਅਫਸਰ ਤੇ ਪਟਵਾਰੀ ਘੇਰਾ ਪਾ ਕੇ ਬੈਠੇ ਹੋਏ ਨੇ ਕਿਸਾਨ। ਸਾੜੀ ਗਈ ਪਰਾਲੀ ਦਾ ਲੈਣ ਗਏ ਸਨ ਜਾਇਜ਼ਾ। ਮੂਸੇਵਾਲਾ ਕਤਲकांड ਨੂੰ ਲੈ ਕੇ ਐਨਆਈਏ ਦੀ ਰਡਾਰ ਤੇ ਪੰਜਾਬੀ ਸਿੰਗਰ। ਸੂਤਰਾਂ ਮੁਤਾਬਿਕ ਹੁਣ ਜੈਨੀ ਜੌਲ ਤੋਂ 4 ਘੰਟੇ ਤੱਕ ਕੀਤੇ ਸਵਾਲ ਜਵਾਬ। ਅਫਸਾਨਾ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ ਐਨਆਈਏ। ਸਰਹੱਦ ਪਾਰੋਂ ਨਾਪਾਕ ਸਾਜ਼ਿਸ਼ਾਂ ਲਗਾਤਾਰ ਜਾਰੀ। ਗੁਰਦਾਸਪੁਰ ਦੇ ਵਿੱਚ ਭਾਰਤ ਪਾਕਿਸਤਾਨ ਬਾਰਡਰ ਤੇ ਮੁੜ ਦਿਸਿਆ ਡਰੋਨ। ਬੀਐਸਐਫ ਜਵਾਨਾਂ ਨੇ ਕਰੀਬ 5 ਰਾਉਂਡ ਕੀਤੀ ਫਾਇਰਿੰਗ। ਇਲਾਕੇ ਦੇ ਵਿੱਚ ਲਾਇਆ ਸਰਚ ਆਪਰੇਸ਼ਨ। ਜੇਲ੍ਹਾਂ ਤੋਂ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ। ਫਿਰੋਜ਼ਪੁਰ ਕੇਂਦਰੀ ਜੇਲ੍ਹ ਤੋਂ ਮੁੜ ਮਿਲੇ 7 ਫੋਨ। 7 ਹਵਾਲਾਤੀਆਂ ਦੇ ਖਿਲਾਫ ਕੇਸ ਦਰਜ। ਹੁਣ ਖਡੂਰ ਸਾਹਿਬ ਦੇ ਵਿੱਚ ਕਿਸੇ ਦੁਖੀ ਪਰਿਵਾਰ ਨੇ ਲਗਾਏ ਨਸ਼ੇ ਵਾਲੇ ਪੋਸਟਰ। ਲਿਖਿਆ ਨਿੰਮ ਵਾਲੀ ਘਾਟੀ ਇੱਧਰ ਹੈ ਜਿੱਥੇ ਸ਼ਰੇਆਮ ਮਿਲਦਾ ਚਿੱਟਾ ਤੇ ਸ਼ਰਾਬ। ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਅਰੂਸਾ ਆਲਮ ਕਰੇਗੀ ਵੱਡੇ ਖੁਲਾਸੇ। ਆਟੋਬਾਇਓਗ੍ਰਾਫੀ ਦੇ ਵਿੱਚ ਕੈਪਟਨ ਦੇ ਨਾਲ ਰਿਸ਼ਤਿਆਂ ਦਾ ਖੁੱਲੇਗੀ ਰਾਜ਼। ਕਿਤਾਬ ਦੇ ਵਿੱਚ ਕਈ ਹੋਰ ਵੱਡੇ ਕਾਂਗਰਸ ਲੀਡਰਾਂ ਦਾ ਵੀ ਹੋਵੇਗਾ ਜ਼ਿਕਰ। ਚੰਡੀਗੜ੍ਹ ਪਹੁੰਚੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸੀਆਈਆਈ ਦੇ ਪ੍ਰੋਗਰਾਮ ਦੇ ਵਿੱਚ ਹੋਏ ਸ਼ਾਮਲ। ਪੰਜਾਬ ਦੇ ਗਵਰਨਰ ਤੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਵੀ ਰਹੇ ਮੌਜੂਦ। सत श्री अकाल, तुसीं वेख रहे हो न्यूज़ 18 पंजाब हरियाणा। मैं परमिंदर सिंह तेजा, सारे दर्शकों का बुलेटिन स्वागत है। सब तो पहला गल होगी, सब तो वड्डा जिहड़ा मुद्दा बनया होया पराली दा मुद्दा, क्योंकि प्रदूषण भारी है पर पॉलिटिक्स लगातार जारी है। पंजाब तो लैके दिल्ली तक घमसान जिहड़ा वा ओह छिड़िया होया। हुण दिल्ली दे उप राजपाल दे वल्लों चिट्ठी लिखी गई है। पराली नूं लैके सीएम भगवंत मान नूं उन्हां दे वल्लों चिट्ठी लिखी गई है ते जिहड़ी पराली लगातार सड़ रही है उन्हां ते गंभीर इतराज जताया गया ते सिद्धे तौर ते इस दे हल दी भी ਮੰਗ ਕੀਤੀ ਗਈ। ਜਿੱਥੇ ਕਿ ਸੀਐਮ ਭਗਵੰਤ ਮਾਨ ਨੂੰ ਚਿੱਠੀ ਲਿਖੀ ਆ, ਉੱਥੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਵੀ ਦਿੱਲੀ ਦੇ ਉਪ ਰਾਜਪਾਲ ਦੇ ਵੱਲੋਂ ਚਿੱਠੀ ਲਿਖੀ ਹੈ। ਕਿਉਂਕਿ ਗੱਲ ਦਿੱਲੀ ਦੀ ਕੀਤੀ ਜਾਵੇ, ਜਿਵੇਂ ਕਿ ਲਗਾਤਾਰ ਪ੍ਰਦੂਸ਼ਣ ਵਧਦਾ ਨਜ਼ਰ ਆ ਰਿਹਾ ਤੇ ਇਸ ਦੇ ਵਿਚਾਲੇ ਉਪ ਰਾਜਪਾਲ ਨੂੰ ਕਿਹਾ ਗਿਆ ਕਿ 2021 ਤੋਂ ਪੰਜਾਬ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ, ਜਿਹੜੀ ਪਰਾਲੀ ਆ ਲਗਾਤਾਰ ਜ਼ਿਆਦਾ ਸੜ ਰਹੀ ਹੈ। ਸੋ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਰਾਲੀ ਦੇ ਮੁੱਦੇ ਤੇ ਘਮਸਾਨ ਲਗਾਤਾਰ ਛੜਿਆ ਹੋਇਆ ਹੈ। ਦਿੱਲੀ ਦੇ ਉਪ ਰਾਜਪਾਲ ਦੇ ਵੱਲੋਂ ਸੀਐਮ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਗਈ ਹੈ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਗਈ ਹੈ। ਜਿਹੜੀ ਲਗਾਤਾਰ ਪਰਾਲੀ ਸੜ ਰਹੀ ਹੈ ਤੇ ਜਿਹੜਾ ਲਗਾਤਾਰ ਦਿੱਲੀ ਤੱਕ ਪ੍ਰਦੂਸ਼ਣ ਫੈਲ ਰਿਹਾ, ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ। ਪਰਾਲੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਵੀ ਚਿੱਠੀ ਲਿਖੀ ਗਈ ਹੈ ਤੇ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖਦੇ ਹੋਏ ਕਿਹਾ ਗਿਆ ਕਿ 2021 ਤੋਂ ਪੰਜਾਬ ਦੇ ਵਿੱਚ ਪਰਾਲੀ ਸੜਨ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਹੀ ਥੋੜਾ ਸਮਾਂ ਪਹਿਲਾਂ ਹੀ ਦੋ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਕੋਲ ਸਮਾਂ ਘੱਟ ਮਿਲਿਆ, 7 ਮਹੀਨੇ ਦਾ ਸਮਾਂ ਸੀ, ਇਸ ਕਰਕੇ ਉਸ ਤਰ੍ਹਾਂ ਦਾ ਪੂਰਾ ਹੱਲ ਨਹੀਂ ਹੋ ਸਕਿਆ। ਤੇ ਨਾਲ ਇਸ ਗੱਲ ਦਾ ਵੀ ਭਰੋਸਾ ਦਿੱਤਾ ਗਿਆ ਕਿ ਅਗਲੇ ਝੋਨੇ ਦੇ ਸੀਜ਼ਨ ਤੱਕ ਉਹ ਪਰਾਲੀ ਦਾ ਪੂਰਾ ਪੱਕਾ ਹੱਲ ਕਰ ਦੇਣਗੇ। ਇਸ ਦੇ ਵਿਚਾਲੇ ਉਹਨਾਂ ਨੇ ਕੇਂਦਰ ਤੋਂ ਵੀ ਕਿਤੇ ਨਾ ਕਿਤੇ ਮਦਦ ਦੀ ਮੰਗ ਕੀਤੀ ਹੈ। ਕੇਂਦਰ ਦੇ ਪਾੜੇ ਦੇ ਵਿੱਚ ਵੀ ਗੇਮ ਸੁੱਟੀ ਗਈ ਹੈ ਪਰ ਘਮਸਾਨ ਲਗਾਤਾਰ ਛਿੜਿਆ ਹੋਇਆ ਹੈ। ਦਿੱਲੀ ਦੇ ਉਪ ਰਾਜਪਾਲ ਦੇ ਵੱਲੋਂ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖਦੇ ਜਿੱਥੇ ਕਿ ਗੰਭੀਰ ਚਿੰਤਾ ਜ਼ਾਹਿਰ ਕੀਤੀ ਗਈ, ਉੱਥੇ ਹੀ
ਇਹ ਵੀ ਜ਼ਿਕਰ ਕੀਤਾ ਕਿ 2021 ਤੋਂ ਪੰਜਾਬ ਦੇ ਵਿੱਚ ਪਰਾਲੀ ਸੜਨ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਖਬਰ ਤੇ ਜਿਹੜਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੇਸ਼ ਕਟਾਰੀਆ ਜੁੜੇ ਹੋਏ ਨੇ। ਮਨੇਸ਼, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਘਮਸਾਣਿਆ ਪਰਾਲੀ ਦੇ ਮੁੱਦੇ ਤੇ ਉਪ ਰਾਜਪਾਲ ਦੇ ਵੱਲੋਂ ਵੀ ਸਿੱਧੀ ਐਂਟਰੀ ਕੀਤੀ ਗਈ ਇਸ ਮੁੱਦੇ ਦੇ ਵਿੱਚ ਤੇ ਦੋ ਮੁੱਖ ਮੰਤਰੀਆਂ ਨੂੰ ਚਿੱਠੀ ਤੱਕ ਲਿਖ ਦਿੱਤੀ ਹੈ। ਚਿੱਠੀ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ, ਵਿਸਥਾਰ ਨਾਲ ਸਮਝਣਾ ਚਾਹਾਂਗੇ। ਪਰਮਿੰਦਰ, ਜੇ ਆਪਾਂ ਚਿੱਠੀ ਦਾ ਮਜ਼ਮੂਨ ਦੇਖੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਫਸਟ ਪੈਰੇ ਵਿੱਚ ਲਿਖਿਆ, ਬਕਾਇਦਾ ਜ਼ਿਕਰ ਕੀਤਾ ਹੈ, ਐਲਜੀ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਅੱਗੇ। ਉਹਨਾਂ ਨੇ ਕਿਹਾ ਕਿ ਮੈਂ ਇਹ ਚਿੱਠੀ ਕੱਲ ਦੀ ਲਿਖੀ ਗਈ ਹੈ। ਉਹਨਾਂ ਨੇ ਕਿਹਾ ਕਿ ਪੂਰਾ ਦਿਨ ਅਸੀਂ ਤੁਹਾਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਜਿਹੜਾ ਤੁਹਾਡੇ ਆਫਿਸ ਵੱਲੋਂ ਜਵਾਬ ਦਿੱਤਾ ਗਿਆ ਕਿ ਮੀਟਿੰਗ ਵਿੱਚ ਅੰਗੇਜ ਹੈ, ਤੇ ਫਿਰ ਅਸੀਂ ਵੇਟ ਕਰਦੇ ਰਹੇ ਕਿ ਤੁਹਾਡਾ ਕੋਈ ਰਿਸਪੌਂਸ ਆਏਗਾ, ਪਰ ਤੁਹਾਡੇ ਵੱਲੋਂ ਕੋਈ ਜਵਾਬ ਨਹੀਂ ਆਇਆ। ਤੇ ਇਸ ਤੋਂ ਬਾਅਦ ਉਹ ਚਿੱਠੀ ਲਿਖ ਰਹੇ ਆ, ਯਾਨੀ ਕਿ ਸਭ ਤੋਂ ਪਹਿਲਾਂ ਜਿਹੜਾ ਕਮਿਊਨੀਕੇਸ਼ਨ ਗੈਪ ਹੋਇਆ ਉਸ ਨੂੰ ਲੈ ਕੇ ਇਹਨਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਕੋਈ ਜਵਾਬ ਨਹੀਂ ਆਇਆ ਤੇ ਹੁਣ ਨੂੰ ਚਿੱਠੀ ਲਿਖਣੀ ਪੈ ਰਹੀ ਹੈ। ਫਿਰ ਚਿੱਠੀ ਵਿੱਚ ਬਕਾਇਦਾ ਉਹਨਾਂ ਨੇ ਪੂਰਾ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਪੰਜਾਬ ਵਿੱਚ ਪਰਾਲੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਤੇ ਉਸ ਦਾ ਜਿਹੜਾ ਇੰਪੈਕਟ ਹੈ ਦਿੱਲੀ ਵਿੱਚ ਪੈ ਰਿਹਾ। ਉਹ ਦਿੱਲੀ ਵਿੱਚ ਇੰਪੈਕਟ ਇਹਨਾਂ ਸਟਰੋਂਗਲੀ ਪੈ ਰਿਹਾ ਹੈ ਕਿ ਜਿਹੜੇ ਦਿੱਲੀ ਦੇ ਹਸਪੀਟਲਸ ਹੈ ਉਹਨਾਂ ਵਿੱਚ ਜਿਹੜੀ ਪੇਸ਼ੈਂਟ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਦਿੱਲੀ ਦੇ ਜਿਹੜੇ ਬਸ਼ਿੰਦੇ ਹੈ ਉਹਨਾਂ ਨੂੰ ਲਗਾਤਾਰ ਅੱਖਾਂ ਦੀਆਂ, ਗਲੇ ਦੀਆਂ, ਨੱਕ ਦੀਆਂ ਇਹ ਪ੍ਰੋਬਲਮਸ ਹੋ ਰਹੀਆਂ ਤੇ ਉਹ ਜਿਹੜਾ ਇਨਸੀਡੈਂਟ ਲਗਾਤਾਰ ਵੱਧ ਰਿਹਾ ਤੇ ਦਿੱਲੀ ਇੱਕ ਗੈਸ ਚੈਂਬਰ ਵਿੱਚ ਕਨਵਰਟ ਹੋ ਚੁੱਕੀ ਹੈ। ਇਹ ਐਲਜੀ ਨੇ ਬਕਾਇਦਾ ਚਿੱਠੀ ਵਿੱਚ ਲਿਖਿਆ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇਸ ਸੰਬੰਧੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਹੈ ਮਨੋਹਰ ਲਾਲ ਖੱਟਰ, ਉਹਨਾਂ ਨਾਲ ਵੀ ਸੰਪਰਕ ਸਥਾਪਿਤ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਹੈ ਵੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨਾਲ ਆਪਸ ਵਿੱਚ ਰਾਬਤਾ ਕਾਇਮ ਕਰਕੇ ਇਸ ਮਸਲੇ ਦਾ ਜਿਹੜਾ ਛੇਤੀ ਤੋਂ ਛੇਤੀ ਹੱਲ ਕੱਢੋ। ਜਿਹੜੀਆਂ ਵੀ ਪਰਾਲੀ ਨਾ ਸਾੜੀ ਜਾਵੇ, ਇਸ ਦਾ ਜਿਹੜਾ ਵੀ ਬਦਲ ਹੈਗਾ, ਇਸ ਦੀ ਜਿਹੜੀ ਵੀ ਅਵੇਲੇਬਿਲਿਟੀ ਹੈਗੀ, ਉਹਦਾ ਜਿਹੜਾ ਮਸਲਾ ਹੈ ਛੇਤੀ ਤੋਂ ਛੇਤੀ ਹੱਲ ਕਰੋ ਤਾਂ ਕਿ ਜਿਹੜੀ ਦਿੱਲੀ ਦੀ 2 ਕਰੋੜ ਤੋਂ ਉੱਪਰ ਦੀ ਪਾਪੂਲੇਸ਼ਨ ਹੈ ਉਸ ਤੇ ਇਸ ਚੀਜ਼ ਦਾ ਇੰਪੈਕਟ ਨਾ ਪਵੇ। ਕਿ ਜਿਹੜੀ ਦਿੱਲੀ ਹੈ ਇਹਨਾਂ ਮਹੀਨਿਆਂ ਦੇ ਵਿੱਚ, ਅਕਤੂਬਰ ਦੇ ਵਿੱਚ ਲਗਭਗ ਹਰ ਸਾਲ ਦੀਵਾਲੀ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਅਕਤੂਬਰ ਨਵੰਬਰ 'ਚ ਇੱਕ ਗੈਸ ਚੈਂਬਰ ਵਿੱਚ ਕਨਵਰਟ ਹੋ ਜਾਂਦੀ ਹੈ, ਇਹ ਨਾ ਹੋਵੇ। ਤੇ ਇਸ ਨੂੰ ਲੈ ਕੇ ਇੱਕ ਚਿੱਠੀ ਦੀ ਆਪਾਂ ਸ਼ਬਦਾਵਲੀ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਮਤਲਬ ਬੜੀ ਚਿੰਤਿਤ ਲਹਿਜੇ ਨਾਲ ਉਹਨਾਂ ਨੇ ਚਿੱਠੀ ਲਿਖੀ ਲੱਗਦੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਜਦੋਂ ਤੋਂ ਦੀਵਾਲੀ ਤੋਂ ਬਾਅਦ ਪਰਾਲੀ ਦੀਆਂ ਘਟਨਾਵਾਂ ਤੇ ਦਿੱਲੀ ਜਿਹੜੀ ਧੂਆਂ ਹੋ ਰੱਖੀ ਹੈ, ਉਸ ਤੋਂ ਬਾਅਦ ਐਲਜੀ ਕਾਫੀ ਐਕਟਿਵ ਹੋ ਚੁੱਕੀ ਹੈ ਤੇ ਲਗਾਤਾਰ ਇਸ ਮਾਮਲੇ ਨੂੰ ਖੁਦ ਮੋਨੀਟਰ ਕਰ ਰਿਹਾ ਤੇ ਉਸੇ ਸੰਦਰਭ ਵਿੱਚ ਉਹਨਾਂ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਤੇ ਬਕਾਇਦਾ ਵਿੱਚ ਦਿੱਲੀ ਦੇ ਮੁੱਖ ਮੰਤਰੀ ਦਾ ਤੇ ਹਰਿਆਣੇ ਦੇ ਮੁੱਖ ਮੰਤਰੀ ਦਾ ਵੀ ਜ਼ਿਕਰ ਕੀਤਾ ਹੈ। ਜੀ ਪਰਮਿੰਦਰ, ਠੀਕ ਹੈ ਮਨੇਸ਼, ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ। ਸੇ ਵੱਡੀ ਖਬਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ। ਪਰਾਲੀ ਦੇ ਮੁੱਦੇ ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਜਿਹੜਾ ਘਮਸਾਨ ਲਗਾਤਾਰ ਛਿੜਿਆ ਹੋਇਆ ਤੇ ਇਸ ਦੇ ਵਿੱਚ ਇਸੇ ਮੁੱਦੇ ਦੇ ਵਿੱਚ ਹੁਣ ਐਂਟਰੀ ਹੋਈ ਹੈ ਦਿੱਲੀ ਦੇ ਉਪ ਰਾਜਪਾਲ ਦੀ। ਦਿੱਲੀ ਦੇ ਉਪ ਰਾਜਪਾਲ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਦਿੱਲੀ ਦੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖੀ ਗਈ ਹੈ ਤੇ ਪਰਾਲੀ ਦੇ ਕਾਰਨ ਜਿਹੜਾ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਹੈ ਉਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ। ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਉਪ ਰਾਜਪਾਲ ਦੇ ਵੱਲੋਂ ਕਿ 2021 ਤੋਂ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਹੈ। ਦਿੱਲੀ ਦੀ ਜਨਤਾ ਤੜਫ ਰਹੀ ਹੈ। ਇੱਥੋਂ ਤੱਕ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਕਿ ਪ੍ਰਦੂਸ਼ਣ ਦੇ ਕਾਰਨ ਦਿੱਲੀ ਦੀ ਜਨਤਾ ਤੜਫ ਰਹੀ ਹੈ। ਦਿੱਲੀ 'ਚ 95% ਧੂਆਂ ਪੰਜਾਬ ਤੋਂ ਆ ਰਿਹਾ। ਇਹ ਵੀ ਵੱਡਾ ਦਾਅਵਾ ਕਰ ਰਹੇ ਨੇ ਉਪ ਰਾਜਪਾਲ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਟਿੱਪਣੀਆਂ, ਬਹੁਤ ਵੱਡਾ ਬਿਆਨ ਹੈ, ਬਹੁਤ ਵੱਡਾ ਦਾਅਵਾ ਹੈ ਉਪ ਰਾਜਪਾਲ ਦੇ। ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜਿਹੜਾ ਦਿੱਲੀ ਦੇ ਵਿੱਚ 95% ਧੂਆਂ ਆ ਉਹ ਪੰਜਾਬ ਤੋਂ ਆ ਰਿਹਾ। ਸਿੱਧੇ ਤੌਰ ਤੇ ਉਪ ਰਾਜਪਾਲ ਦੇ ਵੱਲੋਂ ਪੰਜਾਬ ਨੂੰ ਇਸ ਪ੍ਰਦੂਸ਼ਣ ਦੇ ਲਈ, ਪੰਜਾਬ ਦੇ ਕਿਸਾਨਾਂ ਨੂੰ ਇਸ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਸੋ ਨਾਲ ਹੀ ਕਮਿਊਨੀਕੇਸ਼ਨ ਗੈਪ ਦਾ ਵੀ ਜ਼ਿਕਰ ਕੀਤਾ ਗਿਆ। ਇਹ ਵੀ ਕਿਹਾ ਗਿਆ ਕਿ ਉਪ ਰਾਜਪਾਲ ਦੇ ਵੱਲੋਂ ਉਹਨਾਂ ਦੇ ਦਫ਼ਤਰ ਦੇ ਵੱਲੋਂ ਸੀਐਮ ਦਾ ਰਾਬਤਾ ਕਾਇਮ ਕਰਨਾ ਚਾਹਿਆ, ਪਰ ਸੀਐਮਓ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਕਿਸੇ ਮੀਟਿੰਗ ਦੇ ਵਿੱਚ ਬਿਜ਼ੀ ਨੇ, ਇਸ ਕਰਕੇ ਉਸ ਤੋਂ ਬਾਅਦ ਚ ਉਹਨਾਂ ਨੂੰ ਇਹ ਚਿੱਠੀ ਲਿਖਣੀ ਪਈ। ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਇਹ ਵੀ ਵੱਡਾ ਦਾਅਵਾ ਕਰ ਰਹੇ ਨੇ ਕਿ ਦਿੱਲੀ ਦੇ ਵਿੱਚ 95% ਧੂਆਂ ਪੰਜਾਬ ਤੋਂ ਆ ਰਿਹਾ ਹੈ। ਇਹ ਵੀ ਜ਼ਿਕਰ ਕੀਤਾ ਗਿਆ ਚਿੱਠੀ ਦੇ ਵਿੱਚ ਕਿ ਤੁਹਾਡੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਤੁਸੀਂ ਬਿਜ਼ੀ ਸੀਗੇ। ਇੰਨੇ ਅਹਿਮ ਮੁੱਦੇ ਤੇ ਤੁਹਾਡੀ ਫੋਨ ਕਾਲ ਵਾਪਸ ਨਹੀਂ ਆਈ। ਇੱਥੋਂ ਤੱਕ ਜ਼ਿਕਰ ਕਰ ਦਿੱਤਾ ਗਿਆ। ਸਿੱਧੇ ਤੌਰ ਤੇ ਦਿੱਲੀ ਦੇ ਵਿੱਚ ਵੀ ਹੁਣ ਤਸਵੀਰ ਜਿਹੜੀ ਆ ਉਹ ਸਾਫ਼-ਸਾਫ਼ ਨਜ਼ਰ ਆ ਰਹੀ ਹੈ। ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ, ਦੂਜੇ ਪਾਸੇ ਉਪ ਰਾਜਪਾਲ। ਇੱਥੋਂ ਤੱਕ ਜ਼ਿਕਰ ਕੀਤਾ ਗਿਆ ਕਿ ਇੰਨੇ ਅਹਿਮ ਮੁੱਦੇ ਤੇ ਤੁਹਾਡੀ ਫੋਨ ਕਾਲ ਵੀ ਵਾਪਸ ਨਹੀਂ ਆਈ। ਇੱਥੋਂ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਬੈਕ ਕਾਲ ਤੱਕ ਵੀ ਨਹੀਂ ਕੀਤੀ ਗਈ। ਦਿੱਲੀ ਗੈਸ ਚੈਂਬਰ ਬਣ ਗਈ ਹੈ। ਦਿੱਲੀ ਦੇ ਐਲਜੀ ਦਾ ਕਹਿਣਾ ਹੈ ਕਿ ਦਿੱਲੀ ਗੈਸ ਚੈਂਬਰ ਬਣ ਚੁੱਕੀ ਹੈ। ਪੰਜਾਬ ਦੇ ਵਿੱਚ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਤੁਰੰਤ ਕਦਮ ਚੁੱਕੇ ਜਾਣ ਤੇ ਮੰਗ ਮੁੱਖ ਤੌਰ ਤੇ ਇਹ ਕੀਤੀ ਗਈ ਹੈ ਕਿ ਤੁਰੰਤ ਕਦਮ ਚੁੱਕੇ ਜਾਣ ਤਾਂ ਕਿ ਜਿਹੜਾ ਲਗਾਤਾਰ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ ਉਸ ਤੇ ਲਗਾਮ ਕੱਸੀ ਜਾ ਸਕੇ, ਉਸ ਨੂੰ ਘਟਾਇਆ ਜਾ ਸਕੇ। ਚਿੰਤਾ ਵੀ ਜ਼ਾਹਰ ਕੀਤੀ ਹੈ। ਸਿੱਧੇ ਤੌਰ ਤੇ ਕਮਿਊਨੀਕੇਸ਼ਨ ਗੈਪ ਦਾ ਵੀ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਕਿਤੇ ਨਾ ਕਿਤੇ ਦਿੱਲੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ। ਇੱਥੋਂ ਤੱਕ ਕਿਹਾ ਗਿਆ ਕਿ ਤੁਹਾਡੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਤੁਸੀਂ ਬਿਜ਼ੀ ਸੀਗੇ। ਇਹ ਕਿਹਾ ਗਿਆ ਕਿ ਮੀਟਿੰਗ ਦੇ ਵਿੱਚ ਬਿਜ਼ੀ ਨੇ। ਇੰਨੇ ਅਹਿਮ ਮੁੱਦੇ ਤੇ ਤੁਹਾਡੀ ਫੋਨ ਕਾਲ ਵੀ ਵਾਪਸ ਨਹੀਂ ਆਈ। ਅਹਿਮ ਮੁੱਦੇ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਬੈਕ ਕਾਲ ਤੱਕ ਵੀ ਨਹੀਂ ਕੀਤੀ ਗਈ। ਇਹ ਗੱਲ ਕਹਿ ਰਹੇ ਨੇ
ਦਿੱਲੀ ਦੇ ਉਪ ਰਾਜਪਾਲ। ਨਾਲ ਹੀ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਦਿੱਲੀ ਗੈਸ ਚੈਂਬਰ ਬਣ ਚੁੱਕੀ ਹੈ। ਪੰਜਾਬ ਦੇ ਵਿੱਚ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਤੁਰੰਤ ਕਦਮ ਚੁੱਕੇ ਜਾਣ। ਇਹ ਵੀ ਮੰਗ ਕੀਤੀ ਗਈ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਪਰਾਲੀ ਸਾੜੀ ਜਾ ਰਹੀ ਉਸ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਤੁਰੰਤ ਕਦਮ ਚੁੱਕੇ ਜਾਣ। ਸੋ ਸਿਆਸੀ ਪਾਰਾ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਗੱਲ ਗਰਾਊਂਡ ਜ਼ੀਰੋ ਦੀ ਕੀਤੀ ਜਾਵੇ ਤਾਂ ਵੱਖ-ਵੱਖ ਜਗ੍ਹਾਵਾਂ ਤੋਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਗੱਲ ਸਰਕਾਰ ਦੀ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਕਿਸਾਨ ਮਜਬੂਰ ਨੇ, ਮਜਬੂਰ ਵਸ ਹੋ ਕੇ ਉਹਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ। ਸੋ ਆਖਿਰਕਾਰ ਇਸ ਚਿੱਠੀ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਕੀ ਪੱਖ ਹੈ? ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਸਾਹਿਬ ਜੁੜੇ ਹੋਏ ਨੇ। ਗਰਗ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਸਿਆਸੀ ਘਮਸਾਨ ਜਿਹੜਾ ਨਜ਼ਰ ਆ ਰਿਹਾ ਦਿੱਲੀ ਤੱਕ, ਜਿਹੜੀ ਇਸ ਪੂਰਾ ਸੇਕ ਹੈ ਪਰਾਲੀ ਦਾ, ਉਹ ਪਹੁੰਚ ਚੁੱਕਾ ਹੈ। ਦਿੱਲੀ ਦੇ ਉਪ ਰਾਜਪਾਲ ਦੇ ਵੱਲੋਂ ਬੜੀਆਂ ਗੰਭੀਰ ਟਿੱਪਣੀਆਂ ਵੀ ਕੀਤੀਆਂ ਗਈਆਂ ਨੇ, ਚਿੰਤਾ ਵੀ ਜ਼ਾਹਰ ਕੀਤੀ ਗਈ ਹੈ। ਪਹਿਲਾਂ ਤਾਂ ਉਹਨਾਂ ਨੇ ਦਿੱਲੀ ਦੇ ਸੀਐਮ ਨੂੰ ਵੀ ਤੇ ਪੰਜਾਬ ਦੇ ਸੀਐਮ ਨੂੰ ਚਿੱਠੀ ਲਿਖਦੇ ਹੋਏ ਇਹ ਕਹਿ ਰਿਹਾ, ਵੱਡਾ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਵਿੱਚ 95% ਧੂਆਂ ਪੰਜਾਬ ਤੋਂ ਆ ਰਿਹਾ। ਦਿੱਲੀ ਦੇ ਉਪ ਰਾਜਪਾਲ ਦਾ ਦਾਅਵਾ ਹੈ। ਗਰਗ ਸਾਹਿਬ ਦੇਖੋ, ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਇਹਨਾਂ ਸਮੱਸਿਆ ਨਾਲ ਨਜਿੱਠਣ ਵਾਸਤੇ ਬੀਜੇਪੀ ਸੀਰੀਅਸ ਨਹੀਂ ਹੈਗੀ ਹੈ। ਉਹਨੂੰ ਸਿਰਫ ਤੇ ਸਿਰਫ ਰਾਜਨੀਤੀ ਦੇ ਵਿੱਚ ਇੰਟਰਸਟ, ਰਾਜਨੀਤੀ ਕਰਨੀ ਆ ਰਹੀ ਹੈ। ਜੇਕਰ ਪਹਿਲੀ ਗੱਲ ਤਾਂ ਐਲਜੀ ਦਾ ਇਹ ਚਿੱਠੀ ਲਿਖਣਾ ਬਣਦਾ ਨਹੀਂ ਸੀ। ਜੇ ਉਹਨਾਂ ਨੇ ਚਿੱਠੀ ਲਿਖੀ ਸੀ ਤਾਂ ਫਿਰ ਹਰਿਆਣਾ ਨੂੰ ਕਿਉਂ ਛੱਡਤਾ? ਜਦ ਕਿ ਜਿਹੜਾ 에ਅਰ ਕੁਆਲਿਟੀ ਇੰਡੈਕਸ ਦੀ ਜੇ ਅਸੀਂ ਗੱਲ ਕਰੀਏ, ਸਭ ਤੋਂ ਵੱਧ ਜਿਹੜੇ ਸ਼ਹਿਰ ਨੇ ਉਹ ਹਰਿਆਣੇ ਦੇ ਹੈ, ਜਿਨ੍ਹਾਂ ਦਾ ਸੀਵੀਅਰ ਲੈਵਲ ਤੱਕ ਜਾਨੀ ਕਿ ਇੰਡੈਕਸ ਪਹੁੰਚ ਚੁੱਕਾ ਹੈਗਾ। ਉਹ ਬਹੁਤ ਸਾਰੇ ਇਦਾਂ ਦੇ ਤੁਸੀਂ ਦੇਖੋ, ਯੂਪੀ ਦੇ ਵੀ ਸ਼ਹਿਰ ਨੇ, ਰਾਜਸਥਾਨ ਦਾ ਵੀ ਹੈ, ਬਿਹਾਰ ਦਾ ਵੀ ਹੈ। ਇਹ ਪੂਰੇ ਨਾਰਦਰਨ ਇੰਡੀਆ ਦੀ ਪ੍ਰੋਬਲਮ ਹੈ। ਜਿੱਦਾਂ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਕੇ ਵੀ ਦੱਸਿਆ ਹੈਗਾ ਕਿ ਇਹ ਸਮੱਸਿਆ ਦੇ ਨਾਲ ਸੰਜੀਦਾ ਹੋ ਕੇ ਨਜਿੱਠਣ ਦੀ ਲੋੜ ਹੈ, ਪੋਲਿਟਿਕਸ ਕਰਨ ਦੀ ਲੋੜ ਨਹੀਂ ਹੈਗੀ ਹੈ। ਔਰ ਇਹ ਅਟੱਲ ਸਚਾਈ ਹੈ, ਜਦੋਂ ਇੰਨੀ ਬੰਪਰ ਫਸਲ ਜਿਹੜੀ ਹੈਗੀ ਹੈ ਝੋਨੇ ਦੀ ਹੁੰਦੀ ਹੈ ਤੇ ਝੋਨੇ ਦੇ ਨਾਲ ਪਰਾਲੀ ਦਾ ਹੋਣਾ ਲਾਜ਼ਮੀ ਤੌਰ ਤੇ ਯਕੀਨੀ ਹੈ। ਪਰ ਜਦੋਂ ਤੱਕ ਇੱਕ ਬੰਨੇ ਤਾਂ ਮੈਂ ਇੱਕ ਹੋਰ ਸਵਾਲ ਉਠਾਉਣਾ ਚਾਹੁੰਦਾ ਵਾਂ, ਬੀਜੇਪੀ ਹਰ ਥਾਂ ਤੇ ਇੱਕ ਗੱਲ ਕਰਦੀ ਕਿ ਇੱਕ ਰਾਸ਼ਟਰ, ਇੱਕ ਟੈਕਸ, ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ, ਸਾਰਾ ਕੁਝ ਇੱਕ ਰਾਸ਼ਟਰ ਇੱਕ ਹੈਗਾ। ਜੇ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਹੈਗਾ ਤਾਂ ਇੱਕ ਰਾਸ਼ਟਰ ਇੱਕ ਧੂਆਂ ਕਿਉਂ ਨਹੀਂ ਹੋ ਸਕਦਾ? ਕਿ ਇਹ ਜਦੋਂ ਨਾਰਥ ਇੰਡੀਆ ਦੀ ਸਮੱਸਿਆ ਹੈ ਕਿ ਕਿਉਂ ਨਹੀਂ ਜਾਨੀ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਰੇ ਇਹਨਾਂ ਨਾਰਥਰਨ ਇੰਡੀਆ ਦੇ ਜਿਹੜੇ ਹੈਗੇ ਆ ਮੁੱਖ ਮੰਤਰੀ, ਉਹਨਾਂ ਨੂੰ ਬਿਠਾ ਕੇ ਕਿਉਂ ਇਸ ਸਮੱਸਿਆ ਦਾ ਹੱਲ ਨਹੀਂ ਲੱਭਦੇ? ਕਿਉਂ ਨਹੀਂ ਉਹ ਜਿਹੜੀ ਚੀਜ਼ ਦੀ ਜ਼ਰੂਰਤ ਹੈਗੀ ਉਹ ਚੀਜ਼ਾਂ ਦਿੰਦੇ ਇਹਨਾਂ ਰਾਜਾਂ ਨੂੰ? ਸੋ ਮੇਰਾ ਕਹਿਣ ਦਾ ਮਤਲਬ ਹੈਗਾ ਅੱਜ ਇਸ ਦੇ ਉੱਤੇ ਪੋਲਿਟਿਕਸ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਧੂਆਂ ਹੈਗਾ ਕੋਈ ਇੱਕ ਸੂਬੇ ਦਾ ਨਹੀਂ ਹੈ, ਇਹ ਧੂਆਂ ਕੋਈ ਇੱਕ ਸ਼ਹਿਰ ਦਾ ਨਹੀਂ ਹੈਗਾ, ਇਹ ਸਾਂਝੀ ਸਮੱਸਿਆ ਹੈ। ਕਰਦਾ ਸਾਡੇ ਨਾਲ ਬੀਜੇਪੀ ਆਗੂ ਸੁਭਾਸ਼ ਸ਼ਰਮਾ ਵੀ ਜੁੜੇ ਹੋਏ ਨੇ। ਸ਼ਰਮਾ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਦਿੱਲੀ ਦੇ ਉਪ ਰਾਜਪਾਲ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਪੰਜਾਬ ਤੇ ਦਿੱਲੀ ਦੇ ਸੀਐਮ ਨੂੰ, ਚਿੰਤਾ ਜ਼ਾਹਰ ਕੀਤੀ ਗਈ ਹੈ ਪਰਾਲੀ ਜਿਹੜੀ ਲਗਾਤਾਰ ਸਾੜੀ ਜਾ ਰਹੀ ਹੈ। ਤੇ ਉੱਥੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਇਸ ਚਿੱਠੀ ਨੂੰ ਆਧਾਰ ਬਣਾਉਂਦੇ ਨਿਸ਼ਾਨਾ ਬੀਜੇਪੀ ਤੇ ਸਾਧਿਆ ਜਾ ਰਿਹਾ ਹੈ। ਦੇਖੋ, ਆਮ ਆਦਮੀ ਪਾਰਟੀ ਦੀ ਪ੍ਰੋਬਲਮ ਇਹ ਹੈ ਕਿ ਨਾਚ ਨਾ ਜਾਣੇ ਆਂਗਨ ਟੇਢਾ। ਇਹ ਨਾ ਤਾਂ ਗਵਰਨੈਂਸ ਕਰਨਾ ਚਾਹੁੰਦੇ ਹੈ, ਨਾ ਇਹਨਾਂ ਦੀ ਮਨਸ਼ਾ ਹੈ, ਨਾ ਇਹਨਾਂ 'ਚ ਕੋਈ ਯੋਗਤਾ ਹੈ ਕੰਮ ਕਰਨ ਦੀ। ਔਰ ਜੋ ਇਹਨਾਂ ਨੇ ਹਾਲਤ ਕੀਤੀ ਹੋਈ ਹੈ ਸਟੇਟ ਦੇ ਬਾਅਦ, ਇਹਨਾਂ ਨੂੰ ਲੱਗਦਾ ਕੋਈ ਇਹਨਾਂ ਨੂੰ ਕਵੇ ਵੀ ਨਾ ਵੀ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਨਲਾਇਕ ਹੋ, ਇਹ ਵੀ ਨਾ ਕਵੇ। ਦੇਖੋ, ਜੋ ਹਾਲਤ ਅੱਜ ਪੰਜਾਬ 'ਚ, ਹਰਿਆਣਾ ਸਾਡੇ ਨਾਲੋਂ ਕਿਤੇ ਵੱਧ ਪਰਫਾਰਮ ਕਰ ਰਿਹਾ। ਹਰਿਆਣੇ 'ਚ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ ਵਧੀਆਂ, ਪੰਜਾਬ 'ਚ ਘਟੀਆਂ, ਪੰਜਾਬ 'ਚ ਵੱਧ ਰਹੀਆਂ। ਹਰਿਆਣੇ ਨੇ 1000 ਰੁਪਏ ਪਰ ਏਕੜ ਤਾਂ ਹਰਿਆਣਾ ਇਨਸੈਂਟਿਵ ਦਿੰਦਾ ਪਰਾਲੀ ਨਾ ਜਲਾਉਣ ਲਈ। ਫਿਰ ਅਗਰ ਤੁਸੀਂ ਬੇਲਸ ਬਣਾਉਣੇ ਆ ਤੇ 50 ਰੁਪਏ ਪਰ ਕੁਇੰਟਲ ਵੀ ਦਿੰਦਾ। ਮਸ਼ੀਨਾਂ ਤੇ 50% ਸਬਸਿਡੀ ਸਟੇਟ ਦਿੰਦਾ। ਔਰ ਕਰਨਾਲ ਪਾਲੀਪਤ ਤਾਂ ਇਥੇਨੋਲ ਪਲਾਂਟ ਤੇ ਤੁਸੀਂ ਲੈ ਕੇ ਜਾਓਗੇ ਤਾਂ 2000 ਪਰ ਏਕੜ ਵੀ ਤੁਹਾਨੂੰ ਮਿਲਦਾ। ਕਿੰਨੇ ਕੰਮ ਹਰਿਆਣਾ ਕਰ ਰਿਹਾ। ਔਰ ਹਰਿਆਣਾ ਨੇ ਇੱਕ ਹੋਰ ਅਨਾਉਂਸਮੈਂਟ ਕਰਤੀ ਕਿ ਅਸੀਂ ਤਾਂ ਐਮਐਸਪੀ ਨਾਲ ਵੀ ਜੋੜਾਂਗੇ। ਔਰ ਦੂਜੇ ਬੰਨੇ ਪੰਜਾਬ ਦੀ ਹਾਲਤ ਕੀ ਹੈ? ਕੇਜਰੀਵਾਲ ਸਾਹਿਬ ਦੀਆਂ ਵੀਡੀਓ ਤੁਸੀਂ ਦਿਖਾ ਦਿਓ, ਮੈਂ ਦਿਖਾ ਦੂੰਗਾ ਜਿੱਦਣ ਮੈਨੂੰ ਬੁਲਾਓਗੇ। ਉਹ ਕਹਿੰਦੇ ਸੀ ਜੀ ਪਰਾਲੀ ਤੋਂ ਕੋਈ ਸਮੱਸਿਆ ਹੀ नहीं है, मेरे को डीकम्पोजर है, मैंने छिड़काव किया, सारी पराली की समस्या हल हो गई। पंजाब के मुख्यमंत्री क्यों नहीं करते? जो कैप्टन साहब मुख्यमंत्री थी, प्रेस कॉन्फ्रेंस की थी अरविंद केजरीवाल ने। जी सुभाष जी, ठीक है, तुसी एग्जांपल दे रहे हो हरियाणा की प्रणाली। सुभाष जी, ਨਾਲ ਮੈਂ ਜ਼ਿਕਰ ਕਰਨਾ ਚਾਹਾਂਗਾ, ਦਿੱਲੀ ਦੇ ਉਪ ਰਾਜਪਾਲ ਨੇ ਇੱਥੋਂ ਤੱਕ ਦਾਅਵਾ ਕਰ ਦਿੱਤਾ ਹੈ ਕਿ ਜਿਹੜਾ ਦਿੱਲੀ ਦੇ ਵਿੱਚ 95% ਧੂੰਆਂ ਹੈ ਉਹ ਪੰਜਾਬ ਤੋਂ ਆ ਰਿਹਾ ਹੈ। ਤੁਸੀਂ ਇਸ ਦਾਅਵੇ ਨਾਲ ਇਤਫਾਕ ਰੱਖਦੇ ਹੋ? देखो, क्योंकि मैं तो ਇਹਦਾ माहिर नहीं, लेकिन अगर दिल्ली के उप राज्यपाल कॉन्स्टिट्यूशनल पोस्ट से बैठा व्यक्ति है, अगर वो कोई गल कर रहा है तथ्यां दे आधार ते कर रहा होगा। लेकिन एक गल तो स्पष्ट है ना कि सरकार का निकम्मापन देखो। केंद्र सरकार ने जो पैसे दिते, आप तो इन्होंने कुछ नहीं किया, 1 रुपया नहीं खर्च किया। हरियाणा ने दस्या मैं कितना कुछ किया। जो केंद्र ने पैसे दिते वो भी नहीं खर्च कर सके। केंद्र ने पैसे भेजे, खर्च नहीं कर सके। केंद्र ने मशीनां भेजियां 1,20,000, उस 11,000 मशीनां गायब ने, वो है ही नहीं किते, पता ही नहीं किथे ने। ਇਹ ਹਾਲ ਹੈ ਇਹਨਾਂ ਦੀ ਸਰਕਾਰ ਦਾ। ਮੁੱਖ ਮੰਤਰੀ, ਸਾਰੀ ਮਿਨਿਸਟਰ, ਸਾਰੇ ਐਮਐਲਏ, ਸਾਰੀ ਸਰਕਾਰ ਬਿਜ਼ੀ ਹੈ ਗੁਜਰਾਤ ਦੀਆਂ ਇਲੈਕਸ਼ਨਾਂ 'ਚ, ਹਿਮਾਚਲ ਦੀਆਂ ਇਲੈਕਸ਼ਨਾਂ 'ਚ।
ਪੰਜਾਬ ਨੂੰ ਇਹਨਾਂ ਨੇ ਛੱਡਿਆ ਹੋਇਆ ਹੈ ਵਾਪਰ ਉਸੇ ਇਹੀ ਹਾਲ ਹਾਂਜੀ ਹੋ ਗਰਗ ਗਈ। ਸਾਹਿਬ ਸਭਾਜ ਜੀ ਸਿੱਧਾ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਨੇ, ਹਰਿਆਣਾ ਦੀ ਉਦਾਹਰਨ ਦੇ ਰਹੇ ਨੇ ਕਿ ਹਰਿਆਣਾ ਨੇ ਇਸ ਦਾ ਹੱਲ ਕਰਤਾ, ਪਰ ਜਿਹੜੀ ਪੰਜਾਬ ਸਰਕਾਰ ਹੈ ਇਸ ਦੇ ਵਿੱਚ ਫੇਲ ਸਾਬਤ ਹੋਈ ਹੈ। ਦੇਖੋ ਮੇਰਾ ਇੱਕ ਸਿੰਪਲ ਜਿਹਾ ਸਵਾਲ ਹੈਗਾ कि हाथ कंगन को आरसी क्या, पढ़े लिखे को फारसी क्या। ये ना तो सुभाष जी इसमें झुठला सकते ने, ना कोई तुसी झुठला सकते हो, ना मैं झुठला सकता। अज हरियाणा ये कहते हैं हरियाणे च समस्या का हल हो गया। पहली गल जे हरियाणे च समस्या का हल हो गया तो एयर क्वालिटी इंडेक्स जिहड़ा हैगा सब तो माड़ा वो हरियाणे का क्यों है। नंबर 1 कि पंजाब का धुआं उड़ के हरियाणे नूं बाईपास करके दिल्ली दे विच चला जाता है। क्वेश्चन नंबर 2। नंबर 3 सुभाष चंद्र वर्गे जिहड़े साडे लीडर हैगे है, खाना पंजाब दा, रहना पंजाब दे विच और गदारी पंजाब दे नाल करनी, ये इन्ना खुल के नहीं कह सकते कि एलजी ने गलत लिखा है। एलजी नूं कोई अधिकार ही नहीं हैगा इस सियासत दे विच कुदण दा। जिद्दां असीं पहिलां आख्या इहदे उत्ते सियासत नहीं होनी चाहिए। गल कह रहे ने पंजाब नूं बहुत कुछ देता, 35,000 मशीनां असीं ऑलरेडी पंजाब दे विच वंड चुके हां। पंजाब एक प्रपोजल लैके गया सी केंद्र कोले कि असीं सांझे तौर ते 2500 रुपया प्रति एकड़ जिहड़ा हुण किसानां नूं दईए, वो इन्हां ने रिफ्यूज कीता। सो केंद्र सरकार किते ना किते वो बदला किसानां तों लेना चाहुंदा हैगा, जिस कारण उन्हां नूं हार दा मूंह वेखना पिया सी खेती कानूनां दे उत्ते, और जिस कारण उन्हां नूं नमोशी छाणी पई सी कि वो कहा जांदा सी कि मोदी किसी दे अगे झुकदा नहीं, लेकिन पंजाब दे ते हरियाणे दे सारे किसानां ने मिल के जिहड़ा हैगा उस नूं झुकाया। अज ये किसानां दे हमदर्द कित्थों हो सकदे आ? पंजाब दे नाल इह धरोक मार रहे ने, पंजाब तो यह बदला लै रहे हैगे। सो मैं इन्हां नूं फिर एक वारी कहना भी घट्टो घट्ट यार तुसीं पंजाब दे लीडर हो, पंजाब दा पक्ष रखो। पार्टी भगती दे विच इन्ना लीन नहीं होईदा हुंदा। असलीयत ये हैगी है कि जिहड़ी झोना हैगा ये साडी किहड़ा खुराक हैगा, असीं इस दे हल दे उत्ते लगे होए हां। जिस दिन असीं इस दा हल लभ लिया हो साल 2 साल लग जाएगा, उस दिन यही केंद्र सरकार ठूठा फड़ के पंजाब के किसानों के पैरी पिया होएगा कि सानू झोना सब सीधा कह रहे हैं। पिछले दिन सीएम मान दे वल्लों सीधे तौर पर वड्डे इल्जाम लगाए गए सन कि बीजेपी वालों केंद्र दे वालों किसानों के अंदोलन का पंजाब के किसानों तो बदला लिया जा रहा। हुण भी नील गर्ग उस चीज़ का ही जिक्र कर रहे हैं। देखो आम आदमी पार्टी का रवैया ही है, ये नहीं दसणगे कि पंजाब सरकार ने की कीता। ये किसानां दी आड़ दे पिछे छिप के अपना नलैक ते निकम्मापन छुपाना चाहुंदे। मैं तुहानूं हरियाणे दे 4 स्टैप दस्से कि उन्होंने ये कीता। 1 रुपया भी दस देन कि पंजाब दी सरकार ने खर्च किया इस मसले नूं हल करन लई, 1 रुपया भी दस देन। सीएम मान तां कहंदे ने कि प्रपोजल केंद्र दे के रखिया गया सीगा कि 1500 रुपया केंद्र दे दे, 500 दिल्ली ते 500 पंजाब सरकार दे देगी। सुनो मेरी गल, हर चीज केंद्र अगे रखनी है, फिर तुसीं की छड्ड दिओ, केंद्र चला लो अपने पंजाब नूं। तुहानूं 92 एमएलए पंजाब ने क्यों जिता के भेजे? हरियाणा 1000 इंसेंटिव दे रहा ना, पंजाब क्यों नहीं दे रहा? हरियाणा तो नहीं केंद्र को जा रहा जी पैसे दो इंसेंटिव देने लई। ਤੁਹਾਨੂੰ ਜਿਹੜੇ ਪੈਸੇ ਦਿੱਤੇ ਕਿੰਤੂ ਨਵੇਂ ਮੰਗਣ ਚਲ ਗਏ ਹੋ, ਪੁਰਾਣੇ ਪੈਸੇ ਕੇਂਦਰ ਨੇ ਦਿੱਤੇ। ਤੁਹਾਨੂੰ ਪਤਾ 200 ਕਰੋੜ ਰੁਪਇਆ ਬਚ ਗਿਆ, ਖਰਚ ਨਹੀਂ ਕਰ ਸਕੇ, ਵਾਪਸ ਚਲਾ ਗਿਆ ਕੇਂਦਰ ਕੋਲੇ। ਪੁਰਾਣੇ ਪੈਸੇ ਤੇ ਖਰਚ ਨਹੀਂ ਕਰ ਸਕੇ, ਨਵੇਂ ਦੇ ਦਿੱਤੇ। ਡਾਟਾ ਇਹਨਾਂ ਕੋਲ ਹੈ ਜੀ, ਝੂਠ ਫੈਕਟਰੀ ਹੈ ਬੀਜੇਪੀ, ਉਹ 11,000 ਮਸ਼ੀਨਾਂ ਦਾ ਹਿਸਾਬ ਕੌਣ ਦਊਗਾ? ਝੂਠ ਦੀ ਫੈਕਟਰੀ ਹੈ, ਸਾਰਾ ਡਾਟਾ ਇਹਨਾਂ ਕੋਲ ਹੀ ਹੈ। ਸਭ ਤੋਂ ਵੱਡੇ ਗੱਦਾਰ ਪੰਜਾਬ ਦੇ ਤੁਸੀਂ ਹੋ, ਜਿਹੜੇ 92 ਐਮਐਲਏ ਜਿਤਾਉਣ ਦੇ ਬਾਅਦ ਵੀ ਪੰਜਾਬ ਦਾ ਪੈਸਾ ਜਾ ਕੇ ਦੂਜੇ ਸੂਬੇ 'ਚ ਖਰਚ ਕਰਦੇ ਪਏ ਹੋ ਐਡਵਰਟਾਈਜ਼ਮੈਂਟ ਤੇ। 92 ਐਮਐਲਏ ਜਿੱਤਣ ਤੋਂ ਬਾਅਦ ਵੀ ਪੰਜਾਬ ਜਿਹੜਾ ਕੇਜਰੀਵਾਲ ਤੇ ਰਾਘਵ ਚੱਡਿਆਂ ਦੇ ਇਸ਼ਾਰੇ ਤੇ ਚੱਲ ਰਿਹਾ ਹੈ। ਰਾਜ ਸਭਾ ਦੀਆਂ ਸੀਟਾਂ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਦੇ ਰਿਹਾ। ਗੱਦਾਰ ਹੋ ਤੁਸੀਂ ਪੰਜਾਬ ਦੇ, ਜਿਨ੍ਹਾਂ ਦੇ ਰਾਜ 'ਚ ਰੋਜ਼ ਨਸ਼ਾ ਵਿਕ ਰਿਹਾ। ਠੀਕ ਹੈ ਸਵਾਜ ਜੀ, ਤੁਸੀਂ ਵੱਡੇ ਇਲਜ਼ਾਮ ਲਗਾ ਰਹੇ ਹੋ, ਪੱਖ ਲੈ ਰਹੇ ਨੇ। ਗਰਗ ਸਾਹਿਬ ਦੋ ਤਿੰਨ ਗੱਲਾਂ ਦਾ ਜ਼ਿਕਰ ਕਰ ਰਹੇ ਨੇ, ਉਹ ਇਹ ਕਹਿ ਰਹੇ ਕਿ ਹਰਿਆਣਾ ਸਰਕਾਰ ਜੇਕਰ ਮੁਆਵਜ਼ਾ ਦੇ ਸਕਦੀ ਹੈ। ਜੀ ਗਰਗ ਸਾਹਿਬ ਦੀ ਗੱਲ ਸੁਣੋ, ਜਵਾਬ ਲੈ ਲਈਏ। ਹਾਂਜੀ ਗਰਗ ਸਾਹਿਬ ਹਰਿਆਣਾ ਦਾ ਵੀ ਜ਼ਿਕਰ ਕਰ ਰਹੇ ਨੇ, ਕਹਿ ਰਹੇ ਕਿ ਹਰਿਆਣਾ ਸਰਕਾਰ ਦੀ ਪੈਸੇ ਦੇ ਸਕਦੀ ਹੈ, ਬੰਦ ਸਰਕਾਰ ਨੂੰ ਚੁੱਪ ਤੇ ਕਰਾਓ। ਕਾਗਲ ਕੱਢੇ ਦੀ ਝੂਠ ਫੈਕਟਰੀ ਨੂੰ ਚੁੱਪ ਤੇ ਕਰਾਓ। ਗਰਗ ਸਾਹਿਬ ਦਾ ਜਵਾਬ ਸੁਣ ਲਓ ਨਾ, ਤੁਸੀਂ ਆਪਣੀ ਗੱਲ ਕਹਿਤੀ, ਮੈਂ ਤੁਹਾਡੇ ਲਾਉਣਾ ਭਾਸ਼ਣ ਦਿਓਗੇ ਪੰਜਾਬ ਦੇ ਬਾਰੇ, ਪੰਜਾਬ ਦੇ ਹਿੱਤਾਂ ਦੇ ਬਾਰੇ। ਝੂਠ ਫੈਕਟਰੀ ਨੂੰ ਚੁੱਪ ਤੇ ਕਰਾਓ, ਫੇਰ ਹੀ ਦੱਸਾਂਗਾ, ਫੇਰ ਹੀ ਬੋਲਾਂਗਾ। ਸਭ ਤੋਂ ਜ਼ਿਆਦਾ ਕੇਜਰੀਵਾਲ ਦੀ ਜੇਬ 'ਚ ਪੈ ਕੇ ਕੇਜਰੀਵਾਲ ਬਾਜੀ ਤੋਂ ਤੁਹਾਡੀ ਗੱਲ ਆ ਗਈ, ਤੁਸੀਂ ਆਪਣੀ ਗੱਲ ਰੱਖ ਲਈ। ਹੁਣ ਗਰਗ ਸਾਹਿਬ ਦਾ ਵੀ ਜਵਾਬ ਲੈ ਲਓ ਨਾ, ਜਵਾਬ ਸੁਣ ਲਓ ਨਾ। ਤੁਹਾਡੇ ਕਰਕੇ ਅੱਜ ਪੰਜਾਬ ਦੇ ਦਿਨ ਦੇਖਣੇ ਪੈ ਰਹੇ ਆ। ਇੱਕ ਮਿੰਟ ਨਾ ਜੀ, ਝੂਠ ਫੈਕਟਰੀ ਨੂੰ ਬੰਦ ਤੇ ਕਰਾਓ, ਫੇਰ ਹੀ ਜਵਾਬ ਦੇਣਾ। ਬਾਜੀ ਗਰਗ ਸਾਹਿਬ ਨੂੰ ਸੁਣ ਲਓ ਨਾ, ਤੁਸੀਂ ਆਪਣੀ ਗੱਲ ਕਹਿ ਦਿੱਤੀ। ਫੈਕਟਰੀ ਨੂੰ ਬੰਦ ਕਰਵਾਓ, ਐਪਲੀਕੇਸ਼ਨ ਲਾ ਰਹੇ ਨੇ, ਜਵਾਬ ਦੇ ਦੇਣਾ। ਮੇਰੇ ਕੋਲ ਡੀਕੰਪੋਜ਼ਰ ਆ। ਝੂਠ ਫੈਕਟਰੀ ਨੂੰ ਬੰਦ ਕਰਵਾਓਗੇ ਫੇਰ ਹੀ ਜਵਾਬ ਦੇਣਾ। ਬਾਜੀ ਗਰਗ ਸਾਹਿਬ ਦਾ ਜਵਾਬ ਤਾਂ ਸੁਣ ਲਓ ਨਾ, ਮੈਂ ਤੁਹਾਡੇ ਲਾਉਣਾ, ਫੇਰ ਫੈਕਟਰੀ ਨੂੰ ਬੰਦ ਕਰਾਓ ਨਾ। ਸਵਾਜੀ ਫੈਕਟਰੀ ਨੂੰ ਬੰਦ ਕਰਾਓ ਨਾ। ਡੀਕੰਪੋਜ਼ਰ ਕਿੱਥੇ ਆ? ਸਵਾਜੀ ਫੈਕਟਰੀ ਨੂੰ ਬੰਦ ਕਰਾਓ ਨਾ। ਸਵਾਜੀ ਇਹ ਡਿਬੇਟ ਦਾ ਬੰਦ ਕਰਾਓ। ਤੁਸੀਂ ਆਪਣੀ ਗੱਲ ਕਹਿ ਰਹੇ ਹੋ, ਗਰਗ ਸਾਹਿਬ ਦਾ ਜਵਾਬ ਕਰਾਓ। ਠੀਕ ਹੈ ਨਾ, ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਔਰ ਪੰਜਾਬ ਦੀ ਗਦਾਰ ਫੈਕਟਰੀ ਨੂੰ ਬੰਦ ਕਰਾਓ ਨਾ, ਫੇਰ ਹੀ ਜਵਾਬ ਦੇਵਾਂਗਾ ਮੈਂ। ਠੀਕ ਹੈ ਨਾ, ਫੇਰ ਹੀ ਜਵਾਬ ਦੇਣਾ। ਫੈਕਟਰੀ ਝੂਠ ਦੀ ਫੈਕਟਰੀ ਨੂੰ ਬੰਦ ਤੇ ਕਰਾਓ। ਇੱਕ ਮਿੰਟ ਸਵਾਜੀ ਹੁਣ ਸੁਣ ਲਓ ਗੱਲ, ਗਰਗ ਸਾਹਿਬ ਦਾ ਜਵਾਬ ਤਾਂ ਸੁਣ ਲਓ ਨਾ ਪੂਰਾ। ਜੇ ਤੁਸੀਂ ਐਲੀਗੇਸ਼ਨ ਲਾਏ ਤੇ ਉਹਨਾਂ ਦਾ ਵੀ ਤਾਂ ਇਹ ਹੱਕ ਬਣਦਾ ਨਾ ਆਪਣੀ ਗੱਲ ਕਹਿਣ। ਇੰਟਰਫੇਅਰ ਕਰਦੇ ਰਹੇ।
ਤੁਸੀਂ ਨਾ ਝੂਠ ਫੈਕਟਰੀ ਇੱਕ ਮਿੰਟ ਬੰਦ ਕਰੋ, ਮੈਂ ਜਵਾਬ ਦੇਣਾ ਲਟਕਾ ਕੇ। ਇਹਨੂੰ ਝੂਠ ਫੈਕਟਰੀ ਇੱਕ ਮਿੰਟ ਬੰਦ ਤੇ ਕਰੋ। ਅਰੇ ਤੁਹਾਡੇ ਤੋਂ ਵੱਡਾ ਝੂਠਾ ਹੀ ਕੋਈ ਨਹੀਂ। ਸਭ ਤੋਂ ਵੱਡਾ ਝੂਠ ਫੈਕਟਰੀ ਨੂੰ ਬੰਦ ਕਰਾਓ ਇੱਕ ਮਿੰਟ। ਦਿਖਾਓ ਵੀਡੀਓ ਕੇਜਰੀਵਾਲ ਝੂਠ ਫੈਕਟਰੀ ਨੂੰ ਬੰਦ ਬਾਜੀ ਕਰਾਓ। ਫਿਰ ਐਵੇਂ ਤਾਂ ਗੱਲ ਬਣੇਗੀ, ਫਿਰ ਤਾਂ ਉਹੀ ਪੋਲਿਟਿਕਸ ਲੈ ਜਾਵੇਗੀ। ਫਿਰ ਐਕਚੁਅਲੀ ਮੁੱਦਾ ਕੀ ਹੈ, ਉਹਦਾ ਹੱਲ ਕੀ ਹੈ, ਫਿਰ ਉਸ ਪਾਸੇ ਤਾਂ ਗੱਲ ਤੁਰਦੀ ਨਹੀਂ ਨਾ। ਤੁਸੀਂ ਕਹਿ ਰਹੇ ਹੋ ਪੰਜਾਬ ਦੇ ਇਲਜ਼ਾਮ ਕੇਜਰੀਵਾਲ ਕਿਉਂਕਿ ਹੁਣ ਤੱਕ ਤਾਂ ਪੋਲਿਟਿਕਸ ਹੀ ਹੋ ਰਹੀ ਹੈ। ਕਹਿੰਦਾ ਰਿਹਾ ਦਿੱਲੀ ਦਾ ਝੂਠ ਫੈਕਟਰੀ ਨੂੰ ਬੰਦ ਕਰਾਓ। ਦਿੱਲੀ ਦਾ ਧੂਆਂ ਪੰਜਾਬ ਤੋਂ ਆਉਂਦਾ। ਝੂਠ ਫੈਕਟਰੀ ਨੂੰ ਬੰਦ ਕਰਾਓ। ਕੇਜਰੀਵਾਲ ਕਹਿੰਦਾ ਸੀ, ਅੱਜ ਤੁਸੀਂ ਮੈਨੂੰ ਕਿਹਾ ਝੂਠ ਫੈਕਟਰੀ ਨੂੰ ਬੰਦ ਕਰਾਓ। ਮੈਂ ਸਵਾਲ ਦਾ ਬਾਜੀ ਜਵਾਬ ਮੈਂ ਕਹਿ ਰਿਹਾ ਕਿ ਚੁੱਪ ਤਾਂ ਕਰ ਜਾਓ, 2 ਮਿੰਟ ਚੁੱਪ ਦਾ ਦਾਨ ਬਖਸ਼ ਲਓ, ਉਹਨਾਂ ਨੂੰ ਆਪਣੀ ਗੱਲ ਕਹਿਣ ਦਿਓ, ਫਿਰ ਤੁਹਾਡੀ ਗੱਲ ਸੁਣ ਲਾਂਗੇ। ਅਰੇ ਮੇਰੀ ਗੱਲ ਪੂਰੀ ਨਹੀਂ ਹੋਣ ਦਿੰਦੇ, ਬੋਲਦੇ ਸੀ ਬਾਜੀ ਜੀ ਝੂਠ ਫੈਕਟਰੀ ਇਹਨੇ ਤੇ ਝੂਠ ਬੋਲਦੇ ਤੁਸੀਂ ਬੋਲ ਰਹੇ ਹੋ, ਉਹਨਾਂ ਦੀ ਗੱਲ ਸੁਣ ਲਓ। ਝੂਠ ਫੈਕਟਰੀ ਇਹਨੇ ਝੂਠ ਬੋਲਦੇ ਹੋ, ਕਿੰਨੇ ਝੂਠ ਬੋਲੋਗੇ ਤੁਸੀਂ? ਤੁਸੀਂ ਝੂਠ ਬੋਲਣ ਦੀ ਦੁਕਾਨ ਨਹੀਂ, ਸ਼ੋਰੂਮ ਕਿੰਨੇ ਝੂਠ ਬੋਲੋਗੇ ਤੁਸੀਂ? ਤੁਹਾਡਾ ਝੂਠਾ ਅਰਵਿੰਦ ਕੇਜਰੀਵਾਲ। ਝੂਠ ਫੈਕਟਰੀ ਹੋਰ ਕਿੰਨੇ ਕੁ ਝੂਠ ਬੋਲੇਗੀ ਯਾਰ? ਤਿੰਨ ਜਵਾਬ ਦੇ ਦਿਓ। ਚੌਕ ਦੇ ਵਿੱਚ ਤੁਸੀਂ ਝੂਠ ਬੋਲਦੇ ਹੋ, ਕਿਉਂਕਿ ਟਿਕੋ ਹੁਣ ਜਵਾਬ ਸੁਣੋ ਇੱਕ ਵਾਰੀ। ਹਾਂਜੀ ਗੱਲ ਸਰ ਜਵਾਬ ਦਿਓ, ਤੁਸੀਂ ਜਵਾਬ ਦਿਓ। ਹਾਂ, ਮੈਂ ਜਵਾਬ ਇਹ ਦੇਣਾ ਚਾਹੁੰਦਾ ਵਾਂ। ਮੈਂ ਜਿੱਦਾਂ ਪਹਿਲਾਂ ਵੀ ਆਖਿਆ ਕਿ ਇਹ ਬੀਜੇਪੀ ਲਗਾਤਾਰ ਸਿਰਫ ਤੇ ਸਿਰਫ ਸਿਆਸਤ ਕਰਦੀ ਹੈ, ਮਸਲੇ ਦਾ ਹੱਲ ਨਹੀਂ ਲੱਭਣਾ ਚਾਹੁੰਦੀ। ਦਿੱਲੀ ਦਾ ਚੁਣਿਆ ਹੋਇਆ ਨੁਮਾਇੰਦਾ ਕੌਣ ਹੈ? ਕੇਜਰੀਵਾਲ ਹੈ ਕਿ ਐਲਜੀ ਹੈ? ਠੀਕ ਹੈ ਕਿ ਨਹੀਂ? ਨੰਬਰ 1। ਨੰਬਰ 2, ਇਹ ਸੁਭਾਸ਼ ਜੀਆਂ ਦੀ ਅੱਜ ਤੋਂ 4 ਦਿਨ ਪਹਿਲਾਂ ਦੀ ਇੱਕ ਆਡੀਓ ਕੱਢ ਲਓ ਤੁਸੀਂ। ਉਦੋਂ ਵੀ ਫੋਨੋਂ ਤੇ ਲਿਆ ਸੀ ਮੈਨੂੰ। ਉਹਦਨੇ ਕਹਿੰਦੇ ਸੀ ਕਿ ਹਰਿਆਣਾ 2500 ਰੁਪਈਆ ਦੇ ਰਿਹਾ ਹੈ, ਅੱਜ ਇਹ 1000 ਰੁਪਏ ਤੇ ਆ ਗਏ। ਅਸਲੀਅਤ ਇਹ ਹੈਗੀ ਹੈ, ਫੁੱਟੀ ਕੌਡੀ ਕਿਸਾਨਾਂ ਨੂੰ ਨਹੀਂ ਦਿੱਤੀ, ਚਾਹੇ ਉਹ ਕਿਸਾਨ ਪੰਜਾਬ ਦਾ ਹੋਵੇ ਤੇ ਚਾਹੇ ਉਹ ਕਿਸਾਨ ਜਿਹੜਾ ਹੈਗਾ ਹਰਿਆਣੇ ਦਾ ਹੋਵੇ। ਇਹ ਕਿਸਾਨ ਵਿਰੋਧੀ ਪਾਰਟੀ ਹੈਗੀ ਹੈ। ਇਹ ਉਹੀ ਖੱਟਰ ਸੀ ਜਿਹੜੇ ਬੰਦੇ ਨੇ ਡਾਂਗਾ ਵਰਾਈਆਂ, ਪਾਣੀ ਦੀਆਂ ਵਿਛਾੜਾਂ ਕੀਤੀਆਂ, ਕਿਸਾਨਾਂ ਦੇ ਉੱਤੇ ਦਿੱਲੀ ਜਾਣ ਤੋਂ ਰੋਕਿਆ। ਠੀਕ ਹੈ ਨਾ? ਇਹ ਕਿਸਾਨਾਂ ਦੇ ਹਮਾਇਤੀ ਕਿੱਥੋਂ ਹੋ ਸਕਦੇ ਆ? ਔਰ ਦੂਸਰੀ ਗੱਲ ਇਹ ਸੁਣ ਲੈਣ, ਅਸੀਂ ਜਦੋਂ 2500 ਰੁਪਏ ਦੀ ਪ੍ਰਪੋਜ਼ਲ ਲੈ ਕੇ ਕੇਂਦਰ ਕੋਲੇ ਗਏ ਆ ਤੇ ਅੱਜ ਉਹ ਕੇਂਦਰ ਹੱਥ ਖੜੇ ਕਰ ਰਿਹਾ। ਕਿਸਾਨ ਜਿਹੜਾ ਹੈਗਾ ਸਵਾਜੀ ਦਾ ਕਹਿ ਰਹੇ ਤੁਸੀਂ ਕੇਂਦਰ ਦੇ ਪ੍ਰਪੋਜ਼ਲ ਲੈ ਕੇ ਕਿਉਂ ਜਾਂਦੇ ਹੋ? ਉਹ ਕਹਿ ਰਹੇ ਕਿ ਹਰਿਆਣਾ ਸਰਕਾਰ ਆਪਣੇ ਪੱਧਰ ਤੇ ਕਰ ਸਕਦੀ ਹੈ, ਪਰ ਮਾਨ ਸਰਕਾਰ ਕਿਉਂ ਨਹੀਂ ਕਰ ਸਕਦੀ? ਉਹ ਇਹ ਸਵਾਲ ਕਰ ਰਹੇ ਨੇ। ਕੀ ਕਹਿ ਰਹੇ ਹੋ? ਸੁਭਾਸ਼ ਜੀ ਕਹਿ ਰਹੇ ਆ ਕਿ ਤੁਸੀਂ ਕੇਂਦਰ ਦੇ ਕੋਲ ਪ੍ਰਪੋਜ਼ਲ ਕਿਉਂ ਲੈ ਕੇ ਜਾ ਰਹੇ ਹੋ? ਉਹਨਾਂ ਦਾ ਕਹਿਣਾ ਕਿ ਜੇ ਹਰਿਆਣਾ ਸਰਕਾਰ ਵੱਲੋਂ ਸਰਕਾਰ ਆਪਣੇ ਪੱਧਰ ਤੇ ਕਰ ਸਕਦੀ ਹੈ, ਫਿਰ ਮਾਨ ਸਰਕਾਰ ਕਿਉਂ? ਬਿਲਕੁਲ ਦੱਸਾਂਗਾ ਇਹਨਾਂ ਨੂੰ। ਝੂਠ ਫੈਕਟਰੀ ਨੂੰ ਕਹਿ ਦਿਓ ਵਿੱਚ ਨਾ ਬੋਲਣ, ਮੈਂ ਇਹਦਾ ਜਵਾਬ ਦਿੰਦਾ ਵਾਂ। ਠੀਕ ਹੈ ਨਾ? ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਇਹ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਜੁਮੇ ਚੜਿਆ ਹੈਗਾ, ਇਹ ਝੂਠ ਫੈਕਟਰੀਆਂ ਦੀ ਵੀ ਸਰਕਾਰ ਸੀ ਉਦੋਂ। ਇਹਨਾਂ ਦੇ ਜੁਮੇ ਚੜਿਆ, ਪੰਜਾਬ ਦੇ ਕੋਲੇ ਪੈਸੇ ਹੈ ਨਹੀਂ ਹੈ ਤੇ ਇਸ ਕਰਕੇ ਸਾਡੇ ਕੋਲ ਜਿਹੜੇ ਦੂਜੀ ਗੱਲ ਪੂਰਾ ਮੌਕਾ ਦਿੱਤਾ ਜਾਵੇਗਾ। ਆਪਣੇ ਕੋਲ ਟਾਈਮ ਹੈਗਾ, ਕੋਈ ਨਹੀਂ, ਤੁਹਾਨੂੰ ਮੈਂ ਖੁੱਲਾ ਟਾਈਮ ਦਵਾਂਗਾ। ਇੱਕ ਦੀ ਗੱਲ ਸੁਣ ਲਓ। ਦੂਸਰੀ ਗੱਲ, ਪੂਰੇ ਹਿੰਦੁਸਤਾਨ ਨੂੰ ਇਸ ਬੀਜੇਪੀ ਦੀ ਸਰਕਾਰ ਨੇ ਇੱਕ ਲੋਲੀਪੌਪ ਦਿਖਾਇਆ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਫਲਾਂ, ਇੱਕ ਦੇਸ਼ ਇੱਕ ਫਲਾਂ। ਸਾਰਾ ਕੁਝ ਤੇ ਇਕੱਠਾ ਕਰਕੇ ਤੁਸੀਂ ਸੈਂਟਰ ਕੋਲੇ ਲੈ ਗਏ, ਸੂਬਿਆਂ ਕੋਲੇ ਛੱਡਿਆ ਕੱਖ ਨਹੀਂ। ਹੁਣ ਜਦੋਂ ਕਿਸੇ ਕੋਈ ਕੰਮ ਕਰਨ ਦੀ ਗੱਲ ਆਉਂਦੀ ਹੈ, ਕਿਸੇ ਨੂੰ ਕੁਝ ਦੇਣ ਦੀ ਗੱਲ ਆਉਂਦੀ ਹੈ, ਉਦੋਂ ਸੂਬੇ ਆਪਣੇ ਕੋਲੋਂ ਦੇਣ। ਸੂਬੇ ਕੋਲੇ ਆਪਣੇ ਰਿਸੋਰਸਸ ਕਿੱਥੇ ਨੇ? ਤੁਸੀਂ ਹਰਿਆਣੇ ਦੀ ਗੱਲ ਕਰ ਰਹੇ ਹੋ 1000 ਰੁਪਈਆ, ਮੈਂ ਤੁਹਾਨੂੰ ਕਹਿੰਦਾ ਫੁੱਟੀ ਕੌਡੀ ਨਹੀਂ ਦਿੱਤੀ। ਤੁਸੀਂ ਲਾਈਨਾਂ ਖੋਲ ਦਿਓ ਜੀ, ਹਰਿਆਣੇ ਦੇ ਕਿਸਾਨ ਹੋਣਗੇ ਉਹਨਾਂ ਤੋਂ ਲਾਈਵ ਲੈ ਕੇ ਪੁੱਛ ਲਓ ਉਹਨਾਂ ਨੂੰ ਕੀ ਮਿਲਿਆ। ਬਹੁਤ ਵਾਰੇ ਸਾਡੇ ਨਾਲ ਕਿਸਾਨਾਂ ਜਿਹੜੇ ਪੰਜਾਬ ਦੇ ਆਪਾਂ ਨੂੰ ਸੁਭਾਸ਼ ਦੇ ਪੱਖ ਰਹੇ ਨੇ। ਸੁਭਾਸ਼ ਜੀ ਉਹ ਤਾਂ ਕਹਿ ਰਹੇ ਨੇ, ਤੁਸੀਂ ਦਾਅਵਾ ਕਰ ਰਹੇ ਹੋ ਕਿ ਹਰਿਆਣਾ ਸਰਕਾਰ ਨੇ ਬਹੁਤ ਕੰਮ ਕਰਤਾ ਪਰਾਲੀ ਦੇ ਮੁੱਦੇ ਤੇ, ਉਹ ਤਾਂ ਕਹਿ ਰਹੇ ਨੇ ਕਿ ਫੁੱਟੀ ਕੌਡੀ ਤੱਕ ਨਹੀਂ ਕੀਤੀ। ਕਿੰਨੇ ਕੇਸ ਘਟੇ ਪਰ ਹਰਿਆਣੇ ਦੇ ਵਿੱਚ? ਪੰਜਾਬ ਦੇ ਵਿੱਚ ਤਾਂ 40% ਜਿਹੜੀ ਹੈ ਗਿਰਾਵਟ ਆਈ ਹੈ ਅੱਗਾ ਲਾਉਣ ਦੇ ਵਿੱਚ। ਪੰਜਾਬ 'ਚ 40% ਸੁਭਾਸ਼ ਜੀ ਦਾ ਪੱਖ ਜਾਣ ਲੈਣੇ ਆਪਾਂ। ਹਾਂ ਬੋਲੇ, ਝੂਠ ਫੈਕਟਰੀ ਬੋਲੋ। ਹਾਂਜੀ ਸੁਭਾਸ਼ ਜੀ, ਇਹਨਾਂ ਦਾ ਕੰਮ ਇਹ ਹੈ ਕਿ ਝੂਠ ਫੈਕਟਰੀ ਬੋਲੇ। ਸੂਰਜ ਦੀ ਰੋਸ਼ਨੀ 'ਚ ਨਹੀਂ ਦਿਸਦਾ ਕਿ ਸੂਰਜ ਦਾ ਕੀ ਕਸੂਰ ਹੈ? ਕਸੂਰ ਤੇ ਉੱਲੂ ਦਾ, ਇਹਨਾਂ ਦੀ ਬੁੱਧੀ ਦਾ ਕਸੂਰ ਹੈ। ਸਾਰਾ ਹਿੰਦੁਸਤਾਨ ਦਾ ਮੀਡੀਆ ਨਕਸ਼ੇ ਦਿਖਾ ਰਿਹਾ ਹੈ, ਤੁਸੀਂ ਵੀ ਆਪਣੇ ਚੈਨਲ ਤੇ ਦਿਖਾਏ ਆ ਨਕਸ਼ੇ। ਬਿਲਕੁਲ ਝੂਠ ਫੈਕਟਰੀ ਨੂੰ ਕੋਲ ਬੋਲੇ, ਸੈਟੇਲਾਈਟ ਦਾ ਤੇ ਹਰਿਆਣੇ ਦਾ ਨਕਸ਼ਾ। ਪੂਰਾ ਹਿੰਦੁਸਤਾਨ ਨਹੀਂ, ਪੂਰੀ ਦੁਨੀਆ ਦੇਖ ਰਹੀ ਹੈ ਸੈਟੇਲਾਈਟ ਦੇ ਨਕਸ਼ੇ। ਉਥੋਂ ਦਿਖ ਰਿਹਾ ਹੈ ਕਿ ਪੰਜਾਬ ਦੀ ਕੀ ਹਾਲਤ ਹੈ ਔਰ ਹਰਿਆਣੇ ਦੀ ਕੀ ਹਾਲਤ ਹੈ। ਪਹਿਲੀ ਗੱਲ। ਦੂਜੀ ਗੱਲ, ਇਹ ਕਹਿੰਦੇ 1000 ਰੁਪਇਆ ਨਹੀਂ ਦਿੱਤਾ। ਇਹਨਾਂ ਨੂੰ ਪਤਾ ਜਾ ਕੇ ਦੇਖੋ ਨਾ 1000 ਰੁਪਇਆ ਦਿੱਤਾ ਕਿ ਨਹੀਂ ਦਿੱਤਾ। ਸਾਨੂੰ ਤਾਂ ਪਤਾ ਨਹੀਂ ਦਿੱਤਾ, ਸਾਨੂੰ ਤਾਂ ਪਤਾ ਤੁਸੀਂ ਦਿੱਤਾ। ਸੁਭਾਸ਼ ਜੀ ਨੂੰ ਤੁਸੀਂ ਖਾਣਾ ਪੰਜਾਬ ਦਾ, ਰਹਿਣਾ ਪੰਜਾਬ ਦਾ, ਪਰ ਤੇਰੇ ਤੋਂ ਨਹੀਂ ਖੇਤੀ ਪੰਜਾਬ ਦੀ ਕਰਨੀ। ਕਮਾਲ ਹੋ ਗਈ ਹੈ। ਖਾਣਾ ਪੰਜਾਬ ਦਾ, ਰਹਿਣਾ ਪੰਜਾਬ ਦਾ, ਖੇਤੀ ਪੰਜਾਬ ਦੀ ਕਰਨੀ। ਉਹ ਬੀਜੇਪੀ ਕਦੇ ਪੰਜਾਬ ਦਾ ਨਸ਼ੀ ਹੋਈ ਨਹੀਂ ਸਕਦੀ, ਖਾਣੇ ਦੇ ਅਸੀਂ ਹੋਈ ਨਹੀਂ ਸਕਦੀ। ਝੂਠ ਫੈਕਟਰੀ ਹੈ, ਝੂਠ ਬੋਲਣਾ ਹੈ, ਝੂਠ ਬੋਲੀ ਜਾਓ। ਮਸ਼ਹੂਰੀ ਰਾਘਵ ਚੱਡੇ ਦੀ, ਰਾਘਵ ਚੱਡੇ ਦੇ ਦਲਾਲਾਂ ਕੋਲੋਂ, ਕੇਜਰੀਵਾਲ ਦੇ ਦਲਾਲਾਂ ਕੋਲੋਂ। ਗੱਲ ਸਾਹਿਬ ਨਾਲ ਮੈਂ ਵੀ ਜ਼ਿਕਰ ਕਰਨਾ ਚਾਹਾਂਗੇ, ਚਿੱਠੀ ਦੀ ਗੱਲ ਕਰ ਰਹੇ ਹਾਂ। ਚਿੱਠੀ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ ਉਪ ਰਾਜਪਾਲ ਦੇ ਵੱਲੋਂ ਵੀ ਕਿਹਾ ਗਿਆ। ਸੁਭਾਸ਼ ਜੀ ਇੱਕ ਸੈਕਿੰਡ ਰੁਕ ਜਾਓ, ਮੈਨੂੰ ਤਾਂ ਗੱਲ ਕਰਦੇ ਹੋ, ਸਵਾਲ ਤਾਂ ਕਰਦੇ ਹੋ ਨਾ। ਪੰਜਾਬ ਦਾ ਜੇ ਤੁਸੀਂ ਬੋਲ ਗਿਆ ਫਿਰ ਮੇਰਾ ਮੇਰੀ ਤਾਂ ਗੱਲ ਸੁਣ ਲਓ ਸੁਭਾਸ਼ ਜੀ। ਸੁਭਾਸ਼ ਜੀ ਨਾਲ ਸਵਾਲ ਤਾਂ ਸੁਣ ਲਓ ਨਾ ਇੱਕ ਮਿੰਟ।
ਤੇਰੇ ਕੋਲ ਸਰਟੀਫਿਕੇਟ ਲੈਣਾ ਪੰਜਾਬ ਦਾ ਸੀ। ਸੁਭਾਸ਼ ਜੀ ਮੇਰੀ ਨਾ ਗੱਲ ਸੁਣੋ, ਪੰਜਾਬੀਆਂ ਦੀ ਗੱਲ ਕਰਨੀ ਪਵੇਗੀ, ਮੈਨੂੰ ਚੰਗਾ ਹੋਏਗਾ। ਗੱਲ ਤਾਂ ਸੁਣ ਲਓ, ਮੇਰਾ ਸਵਾਲ ਤਾਂ ਸੁਣ ਲਓ। ਕਿਸ ਤੋਂ ਲਓਗੇ ਤੁਸੀਂ? ਗੱਲ ਸਾਹਿਬ ਉਪ ਰਾਜਪਾਲ ਦੇ ਵੱਲੋਂ ਚਿੱਠੀ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਤੁਹਾਡੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਹੜੇ ਸੀਐਮ ਦਿੱਲੀ ਦੇ ਸੀਐਮ ਸਨ ਉਹ ਬਿਜੀ ਸਨ ਤੇ ਬੈਕ ਕਾਲ ਤੱਕ ਵੀ ਨਹੀਂ ਕੀਤੀ ਗਈ ਨੇ ਇਹ ਮੁੱਦੇ ਤੇ। ਇਹ ਵੀ ਉਹਨਾਂ ਨੇ ਬੜੀ ਵੱਡੀ ਟਿੱਪਣੀ ਕੀਤੀ ਹੈ। ਟੋਟਲ ਡਰਾਮੇਬਾਜ਼ੀ ਹੈ। ਸਾਡੇ ਮੁੱਖ ਮੰਤਰੀ ਹਮੇਸ਼ਾ ਅਵੇਲੇਬਲ ਨੇ, ਤੁਸੀਂ ਫੋਨ ਕਰ ਲਓ, ਤੁਹਾਡੇ ਲਈ ਅਵੇਲੇਬਲ ਨੇ। ਐਲਜੀ ਲਈ ਅਵੇਲੇਬਲ ਕਿਉਂ ਨਹੀਂ ਹੈ? ਇਹਨਾਂ ਨੇ ਸਿਰਫ ਸਿਆਸਤ ਕਰਨੀ ਹੈ, ਹੋਰ ਕੁਝ ਵੀ ਨਹੀਂ ਹੈ ਜੀ। ਸਿਰਫ ਸਿਆਸਤ ਕਰਨੀ ਹੈ ਇਹਨਾਂ ਨੇ। ਅਦਰਵਾਈਜ਼ ਤੁਸੀਂ ਮੈਨੂੰ ਦੱਸੋ, ਸੰਵਿਧਾਨਕ ਪਦ ਤੇ ਬੈਠਾ ਹੋਇਆ ਬੰਦਾ ਉਹ ਚਿੱਠੀਆਂ ਲਿਖ ਰਿਹਾ ਹੈ, ਇੱਕ ਰਾਜਨੀਤਿਕ ਚਿੱਠੀਆਂ, ਰਾਜਨੀਤਿਕ ਬੰਦਿਆਂ ਦਾ ਕੰਮ ਹੁੰਦਾ ਰਾਜਨੀਤੀ ਕਰਨਾ। ਔਰ ਬਾਜੀ ਗੱਲ ਸਾਹਿਬ ਸਿੱਧਾ ਸਵਾਲ ਖੜਾ ਕਰ ਰਹੇ ਨੇ ਕਿ ਉਪ ਰਾਜਪਾਲ ਕਿਵੇਂ ਇਹ ਚਿੱਠੀ ਲਿਖ ਸਕਦਾ? ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਜੀ ਚਿੱਠੀ ਲਿਖਣ ਦਾ। ਹਿੰਮਤ ਹੈ ਨਹੀਂ, ਟਾਂਗੇ 'ਚ ਬੋਲੀਆਂ ਹੈ ਨਹੀਂ ਇਹਨਾਂ ਕੋਲੇ, ਤਾਂ ਨਾ ਪੰਜਾਬ 'ਚ ਨੇ ਨਾ ਦਿੱਲੀ 'ਚ ਨੇ। ਫਿਰ ਇਹ ਇੱਥੋਂ ਗਵਰਨਰ ਦੇ ਥਰੂ ਚਲਾਉਂਦੇ ਆ ਸਰਕਾਰ ਆਪਦੀ, ਉੱਥੋਂ ਐਲਜੀ ਦੇ ਥਰੂ ਚਲਾਉਂਦੇ ਆ। ਇਸ ਤੋਂ ਵੱਡਾ ਹੋਰ ਕੀ ਹੋ ਸਕਦਾ? ਹਾਂਜੀ ਸੁਭਾਸ਼ ਜੀ, ਗਰਗ ਸਾਹਿਬ ਦਾ ਆਮ ਆਦਮੀ ਪਾਰਟੀ ਸਿੱਧਾ ਟਾਰਗੇਟ ਨਿਸ਼ਾਨਾ ਬੀਜੇਪੀ ਤੇ ਹੈ ਕਿ ਬੀਜੇਪੀ ਦੇ ਵੱਲੋਂ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੈ। ਛੱਡੋ ਨਾ, ਮੈਂ ਕਹਿੰਦਾ ਇਹਨਾਂ ਨੂੰ 3 ਸਵਾਲ ਪੁੱਛੇ ਦੀ ਜਵਾਬ ਦੇ ਦੇਣ ਕਿ ਕੇਜਰੀਵਾਲ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਅਸੀਂ 5 ਸਾਲ ਕੇ ਦਿੱਲੀ ਦੇ ਪੰਜਾਬ ਦਾ ਧੂੰਆਂ ਆ ਰਿਹਾ ਹੈ, ਅੱਜ ਇਹ ਕਿਉਂ ਮੁੱਕਰ ਰਹੇ ਹੈ? दूजा सवाल, केजरीवाल साहब की प्रेस कॉन्फ्रेंस सुन लो, मैं तुहानू वीडियो भेज दिना कि मैंने तो डीकंपोजर बना लिया, स्प्रे कर दी, सारी पराली खत्म हो गई, पंजाब का सीएम स्प्रे क्यों नहीं करांदा? जो उदों स्प्रे ना हुंदी सी ते हुण इन्हां दे सीएम तो भगवंत मान है, हुण स्प्रे क्यों नहीं कीती? तीजा सवाल, केंद्र तो आए पैसे खर्च क्यों नहीं कीते? चौथा सवाल, केंद्र तो आईयां मशीनां तो 11,000 मशीनां गायब कित्थे हो गईयां? पंजवां सवाल, हरियाणा 1000 रुपया दे दिया, तुसीं क्यों नहीं दे रहे? झूठ बोलण तो बाद नहीं होना। छेवां सवाल, हरियाणा सोने वाले प्लांट ने उसे तरह झूठ बोल पंजाब ਦੇ ਵਿੱਚ ਜਿਹੜੀਆਂ ਮਸ਼ੀਨਾਂ ਮਿਲੀਆਂ ਸਾਡੀ ਸਰਕਾਰ ਦੇ ਵਿੱਚ 35,583 ਮਸ਼ੀਨਾਂ ਅਸੀਂ ਵੰਡ ਚੁੱਕੇ ਹਾਂ। ਇੱਕ ਮਿੰਟ ਸੁਭਾਸ਼ ਜੀ, ਇੱਕ ਸੈਕਿੰਡ ਗਰ ਸਾਹਿਬ ਸਵਾਲ 6-7 ਸਵਾਲ ਕਰ ਦਿੱਤੇ ਸੁਭਾਸ਼ ਜੀ ਨੇ ਵੀ ਬਿਨਾਂ ਵਰਤਿਆਂ ਤੇ ਅਸੀਂ ਤਾਂ ਖੁਦ ਗਏ ਆ ਪ੍ਰਪੋਜ਼ਲ ਲੈ ਕੇ ਇਹਨਾਂ ਕੋਲੇ ਕਿ 2500 ਰੁਪਏ ਦੇਣਾ ਵੀ ਉਹਦੀ ਹਿੱਸਾ ਹਰਿਆਣਾ ਪ੍ਰਪੋਜ਼ਲ ਲੈ ਕੇ ਗਿਆ ਵੱਡਾ ਝੂਠ ਬੋਲਦੇ ਦੱਸੋ 200 ਕਰੋੜ ਰੁਪਏ ਬਿਨਾਂ ਖਰਚੇ ਵਾਪਸ ਹੋ ਗਿਆ। ਦੁਨੀਆ ਜਾਣਦੀ ਹੈ। ਮੈਂ ਰੁਕਣਾ ਚਾਹਾਂਗਾ ਇਸ ਵੇਲੇ ਬਣੇ ਨਾਲ ਸਾਡੇ ਨਾਲ ਟਵੀਟ ਕਰ ਦਿੱਤਾ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਜਵਾਬ ਦਿੱਤਾ ਗਿਆ ਦਿੱਲੀ ਦੇ ਉਪ ਰਾਜਪਾਲ ਦੇ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਕੰਮ ਨੂੰ ਰੋਕਿਆ ਜਾ ਰਿਹਾ ਹੈ। ਉਪ ਰਾਜਪਾਲ ਦੇ ਵੱਲੋਂ ਵੱਡਾ ਹਮਲਾ ਬੋਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਟਵੀਟ ਕਰਦੇ ਹੋਏ। ਸੋ ਸੀਐਮ ਮਾਨ ਦੇ ਵੱਲੋਂ ਜਵਾਬ ਵੀ ਦਿੱਤਾ ਗਿਆ ਹੈ ਉਪ ਰਾਜਪਾਲ ਨੂੰ, ਜਿਹੜੀ ਚਿੱਠੀ ਲਿਖੀ ਗਈ ਸੀ ਦਰਅਸਲ ਉਸੇ ਤੇ ਹੀ ਟਵੀਟ ਕਰਦੇ ਹੋਏ ਜਵਾਬ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਦਿੱਲੀ ਗੈਸ ਚੈਂਬਰ ਜਿਹੜੀ ਬਣ ਗਈ ਹੈ, ਜਿੱਥੇ ਕਿ ਜ਼ਿਕਰ ਕੀਤਾ ਗਿਆ ਸੀਗਾ ਉਪ ਰਾਜਪਾਲ ਦੇ ਵੱਲੋਂ 2021 ਤੋਂ ਪੰਜਾਬ ਦੇ ਵਿੱਚ ਪਰਾਲੀ ਸੜਨ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ। ਉਪ ਰਾਜਪਾਲ ਨੇ ਇੱਥੋਂ ਤੱਕ ਜ਼ਿਕਰ ਕੀਤਾ ਤਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਉਸ ਦਾ ਜਵਾਬ ਹੀ ਦਿੱਤਾ ਗਿਆ। ਸਿੱਧਾ ਨਿਸ਼ਾਨਾ ਉਹਨਾਂ ਨੇ ਉਪ ਰਾਜਪਾਲ ਤੇ ਸਾਧਿਆ ਹੈ ਕਿ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਦਿੱਲੀ ਦੇ ਵਿੱਚ ਚੁਣੀ ਹੋਈ ਸਰਕਾਰ ਦੇ ਕੰਮਕਾਜ ਦੇ ਵਿੱਚ ਕਿਤੇ ਨਾ ਕਿਤੇ ਇੰਟਰਫੇਅਰ ਕੀਤਾ ਜਾ ਰਿਹਾ। ਸੋ ਵੱਡਾ ਹਮਲਾ ਸੀਐਮ ਮਾਨ ਦੇ ਵੱਲੋਂ ਬੋਲਿਆ ਗਿਆ। ਸੋ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਇੱਕ ਘਮਸਾਨ ਲਗਾਤਾਰ ਛਿੜਿਆ ਹੋਇਆ, ਇੱਕ ਦੂਜੇ ਨੂੰ ਜ਼ਿੰਮੇਵਾਰ ਕਿਤੇ ਨਾ ਕਿਤੇ ਠਹਿਰਾਇਆ ਜਾ ਰਿਹਾ ਤੇ ਇਸ ਦੇ ਵਿਚਾਲੇ ਸੀਐਮ ਮਾਨ ਦੇ ਵੱਲੋਂ ਟਵੀਟ ਕਰਦੇ ਹੋਏ ਜਵਾਬ ਦਿੱਤਾ ਗਿਆ ਹੈ ਦਿੱਲੀ ਦੇ ਐਲਜੀ ਵੱਲੋਂ, ਜਿੱਥੇ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜਿਹੜਾ 95% ਧੂੰਆਂ ਜਿਹੜਾ ਪੰਜਾਬ ਤੋਂ ਆ ਰਿਹਾ ਉਸ ਦੇ ਕਾਰਨ ਇਹ ਪ੍ਰਦੂਸ਼ਣ ਫੈਲ ਰਿਹਾ ਹੈ। ਦੇਖੋ ਅਸੀਂ ਤੇ ਪਹਿਲਾਂ ਹੀ ਇਹ ਕਹਿ ਰਹੇ ਹਾਂ, ਬਾਰ-ਬਾਰ ਕਹਿ ਰਹੇ ਹਾਂ ਕਿ ਇਹ ਜਿਹੜੀ ਬੀਜੇਪੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ, ਸਿੱਧੀ ਟੱਕਰ ਲੈਣ ਦਾ ਦਮ ਹੀ ਹੈ ਨਹੀਂ। ਇਹ ਆਪਦੀ ਰਾਜਨੀਤੀ ਦਿੱਲੀ 'ਚ ਐਲਜੀ ਦੇ ਥਰੂ ਚਲਾਉਂਦੇ ਆ, ਪੰਜਾਬ ਦੇ ਵਿੱਚ ਗਵਰਨਰ ਦੇ ਥਰੂ ਚਲਾਉਂਦੇ ਹੈਗੇ ਆ। ਅਸੀਂ ਤਾਂ ਬਾਰ-ਬਾਰ ਇਸ ਚੀਜ਼ ਦਾ ਜ਼ਿਕਰ ਕਰ ਰਹੇ ਹਾਂ ਔਰ ਜਿੰਨੀਆਂ ਸੰਵਿਧਾਨਕ ਤਾਕਤਾਂ ਨੇ ਇਹਨਾਂ ਨੇ ਆਪਣੇ ਯਾਨੀ ਕਿ ਠੀਕ ਹੈ ਗਰ ਸਾਹਿਬ ਇਸ ਤੇ ਜਵਾਬ ਸੁਭਾਸ਼ ਜੀ ਨੂੰ ਲੈਣੇ। ਸੁਭਾਸ਼ ਜੀ, ਸੀਐਮ ਮਾਨ ਦੇ ਵੱਲੋਂ ਜਵਾਬ ਦਿੱਤਾ ਗਿਆ ਦਿੱਲੀ ਦੇ ਉਪ ਰਾਜਪਾਲ ਦਾ ਕਹਿਣਾ ਕਿ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਕੰਮਕਾਜ ਦੇ ਵਿੱਚ ਕਿਤੇ ਨਾ ਕਿਤੇ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਪ ਰਾਜਪਾਲ। ਗੱਲ ਆ ਭਗਵੰਤ ਮਾਨ ਸਾਹਿਬ ਤੇ ਸਾਰੇ ਆਪਣਾ ਟਵੀਟ ਵੀ ਆਪ ਨਹੀਂ ਕਰਦੇ, ਉਹ ਦਿੱਲੀ ਵਾਲੇ ਟਵੀਟ ਕਰ ਦਿੰਦੇ ਆ, ਉਹਨਾਂ ਨੂੰ ਪਤਾ ਵੀ ਨਹੀਂ ਹੋਣਾ, ਪੁੱਛ ਲਿਓ ਫੋਨ ਕਰਕੇ ਜਾਣੇ। ਇਹ ਤਾਂ ਦੇਖੋ ਸਭ ਤੋਂ ਜ਼ਿਆਦਾ ਦਖਲਅੰਦਾਜ਼ੀ ਤੇ ਭਗਵੰਤ ਮਾਨ ਦੀ ਸਰਕਾਰ ਝੁੱਡੀ ਪਈ ਹੈ। ਤੁਸੀਂ ਮੈਨੂੰ ਇੱਕ ਦੱਸੋ, ਰਾਘਵ ਚੱਡੇ ਨੂੰ ਇਹਨਾਂ ਨੇ ਚੇਅਰਮੈਨ ਲਾਇਆ ਐਡਵਾਈਜ਼ਰੀ ਬੋਰਡ ਦਾ, ਅੱਜ ਤੱਕ ਨੋਟੀਫਿਕੇਸ਼ਨ ਨਹੀਂ ਕਰ ਸਕੇ। ਪਤਾ ਕਿਉਂ ਨਹੀਂ ਕਰ ਸਕੇ? ਇਹਨਾਂ ਨੇ ਦਿੱਲੀੋਂ ਧੱਕੇ ਨਾਲ ਲਵਾਤਾ, ਅੱਜ ਕਿਉਂ ਨਹੀਂ ਨੋਟੀਫਿਕੇਸ਼ਨ ਹੋਇਆ ਜੀ ਅਜੇ ਤੱਕ? ਇਸ ਕਰਕੇ ਸਾਰੇ ਪੰਜਾਬ ਨੂੰ ਪਤਾ ਦਖਲਅੰਦਾਜ਼ੀ ਕੌਣ ਕਰਦਾ ਹੈ, ਸਾਰੇ ਪੰਜਾਬ ਨੂੰ ਪਤਾ ਹੈ ਕਿ ਪੰਜਾਬ ਦੀ ਸਰਕਾਰ ਕੌਣ ਚਲਾ ਰਿਹਾ, ਕਿਹੜੇ ਅਫਸਰ ਚਲਾ ਰਹੇ ਨੇ, ਕਿਹੜਾ ਕੌਣ ਚਲਾ ਰਿਹਾ। ਇਸ ਕਰਕੇ ਇਹਨਾਂ ਗੱਲਾਂ 'ਚ ਕੋਈ ਨਹੀਂ। ਅਸਲੀ ਸਵਾਲ ਇਹ ਹੈ ਕਿ ਪੰਜਾਬ ਦੀ ਸਰਕਾਰ ਨੇ ਸਮੱਸਿਆ ਨੂੰ ਨਿਪਟਣ 'ਚ ਕੋਈ ਗੰਭੀਰਤਾ ਨਹੀਂ ਦਿਖਾਈ, ਬਿਲਕੁਲ ਉਹਦਾ ਕੋਈ ਇਰਾਦਾ ਨਹੀਂ ਸੀ। ਇਹ ਚੁਣਾਵ ਪ੍ਰਚਾਰ 'ਚ ਰੁੱਝੇ ਰਹੇ, ਪੰਜਾਬ ਦੇ ਟੈਕਸ ਦੇ ਪੈਸੇ ਨਾਲ ਰੋਜ਼ ਨਵੀਆਂ ਜੈਕਟਾਂ ਪਾ ਕੇ ਐਡਵਰਟਾਈਜ਼ਮੈਂਟ ਦਿੰਦੇ ਰਹੇ। 1.5 ਕਰੋੜ ਰੁਪਏ ਤਾਂ YouTube ਤੇ ਐਡਵਰਟਾਈਜ਼ਮੈਂਟ ਦੇਤੀ। ਪੰਜਾਬ ਦਾ ਮੁੱਖ ਮੰਤਰੀ ਐਡਵਰਟਾਈਜ਼ਮੈਂਟ ਕਰ ਰਿਹਾ ਦਿੱਲੀ ਦੇ ਸਕੂਲਾਂ ਦੀ, ਪਰ ਕਰ ਕਿੱਥੇ ਰਿਹਾ? ਗੁਜਰਾਤ 'ਚ। ਹਾਲਤ ਦੇਖੋ ਤੁਸੀਂ ਪੰਜਾਬ ਦੀ। ਇਸ ਕਰਕੇ ਇਹ ਜਦੋਂ ਹੁਣ ਪੂਰੀ ਤਰ੍ਹਾਂ ਫੇਲ ਹੋ ਗਏ ਹੈ, ਜਦੋਂ ਪੰਜਾਬ ਨੂੰ ਇਹਨਾਂ ਨੇ ਪੂਰੀ ਤਰ੍ਹਾਂ ਨਾਲ ਦੇਖੋ ਪੰਜਾਬ ਦੀ ਹਾਲਤ ਕੀ ਕਰਦੀ ਹੈ, ਤੇ ਹੁਣ ਇਹ ਤਾਂ ਵਿਚਾਰੇ ਇੱਧਰ ਉੱਧਰ ਮੈਨੂੰ ਦੱਸੋ
ਹਰਿਆਣੇ 'ਚ ਅਗਰ ਘਟ ਗਈਆਂ ਘਟਨਾਵਾਂ, ਸੁਭਾਸ਼ ਜੀ ਮੈਂ ਵਿਸਥਾਰ ਨਾਲ ਪੂਰਾ ਸਵਾਲ ਕਰਨਾ ਚਾਹਾਂਗਾ ਜੋ ਕਿ ਸੀਐਮ ਮਾਨ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ। ਸੀਐਮ ਭਗਵੰਤ ਮਾਨ ਕਹਿ ਰਹੇ ਨੇ, ਸੁਣ ਲਓ ਇੱਕ ਵਾਰ, ਜੋ ਜਵਾਬ ਦਿੱਤਾ ਗਿਆ ਉਹ ਵੀ ਜਾਣਨਾ ਜ਼ਰੂਰੀ ਨਾ, ਉਹ ਵੀ ਦਰਸ਼ਕਾਂ ਤੱਕ ਪਹੁੰਚਣਾ ਚਾਹੀਦਾ ਹੈ। ਸੀਐਮ ਮਾਨ ਕਹਿ ਰਹੇ ਨੇ ਕਿ ਮੈਨੂੰ ਚਿੱਠੀ ਲਿਖ ਕੇ ਰਾਜਨੀਤੀ ਕਰ ਰਹੇ ਹੋ। ਉਪ ਰਾਜਪਾਲ ਨੂੰ ਕਹਿ ਰਹੇ ਨੇ ਸੀਐਮ ਭਗਵੰਤ ਮਾਨ ਦਾ ਕਹਿਣਾ ਕਿ ਅਜਿਹੇ ਗੰਭੀਰ ਵਿਸ਼ੇ ਤੇ ਰਾਜਨੀਤੀ ਕਰਨਾ ਠੀਕ ਨਹੀਂ, ਤੁਸੀਂ ਦਿੱਲੀ ਸਰਕਾਰ ਦੇ ਕੰਮਾਂ ਨੂੰ ਰੋਕ ਰਹੇ ਹੋ। ਰੈੱਡ ਲਾਈਟ ਔਨ ਗੱਡੀ ਆਫ ਕੈਂਪੇਨ ਨੂੰ ਰੋਕ ਦਿੱਤਾ। ਸੁਭਾਸ਼ ਜੀ ਅਰੇ ਯਾਰ ਤੁਹਾਨੂੰ ਦੱਸੋ, ਭਗਵੰਤ ਮਾਨ ਜੀ ਨੂੰ ਬਹੁਤ ਹੀ ਪੰਜਾਬ ਦੀ ਚਿੰਤਾ ਕਰੋ। ਪੰਜਾਬ ਜਿਹੜੀ ਦਖਲਅੰਦਾਜ਼ੀ ਹੋ ਰਹੀ ਹੈ ਨਾ ਕੇਜਰੀਵਾਲ ਤੇ ਰਾਘਵ ਚੱਡੇ ਦੀ, ਉਹਦੇ ਕਰਕੇ ਪੰਜਾਬ ਬਰਬਾਦ ਹੋ ਗਿਆ, ਪੰਜਾਬ ਦਾ ਬੇੜਾ ਗਰਕ ਹੋ ਗਿਆ। ਪੰਜਾਬ ਦਾ ਸਾਰਾ ਪੈਸਾ ਤੁਸੀਂ ਹੂੰਜ ਕੇ ਇਸ਼ਤਿਹਾਰਾਂ 'ਚ ਕੇਜਰੀਵਾਲ ਨੂੰ ਚਮਕਾਉਣ ਲਈ ਲਾਤਾ। 10 ਲੱਖ ਰੁਪਏ ਦਾ ਰੋਜ਼ ਜਹਾਜ਼ ਕਿਰਾਏ ਤੇ ਲੈ ਕੇ ਕੇਜਰੀਵਾਲ ਨੂੰ ਝੂਟੇ ਦਿਵਾਉਂਦੇ ਪਏ ਹੋ। ਪੰਜਾਬ 'ਚ ਪੈਸਾ ਲੁੱਟ ਕੇ ਹਵਾਲਾ ਦੇ ਮਾਧਿਅਮ ਨਾਲ ਇਲੈਕਸ਼ਨਾਂ 'ਚ ਕੈਂਪੇਨ ਕਰਦੇ ਪਏ ਹੋ। ਇਹਦੇ ਵੱਲ ਧਿਆਨ ਦਿਓ। ਦਿੱਲੀ ਸਰਕਾਰ ਦੀ ਚਿੰਤਾ ਕੇਜਰੀਵਾਲ ਤੇ ਐਲਜੀ ਸਾਹਿਬ ਨੂੰ ਕਰ ਲੈਂਦੇ ਹੋ। ਤੁਹਾਨੂੰ ਪੰਜਾਬ ਦੇ ਲੋਕਾਂ ਮੁੱਖ ਮੰਤਰੀ ਚੁਣਿਆ, ਤੁਸੀਂ ਪੰਜਾਬ ਦੀ ਚਿੰਤਾ ਤੇ ਕਰਦੇ ਨਹੀਂ। ਪੰਜਾਬ ਜਿਹੜੀ ਦਖਲਅੰਦਾਜ਼ੀ ਦੀ ਚਿੰਤਾ ਕਰਦੇ ਨਹੀਂ। ਹਾਂਜੀ ਗਰ ਸਾਹਿਬ, ਸੁਭਾਸ਼ ਜੀ ਕਰ ਰਹੇ ਕਿ ਪੰਜਾਬ ਦੀ ਚਿੰਤਾ ਨਹੀਂ ਕੀਤੀ ਜਾ ਰਹੀ, ਜਿਹੜਾ ਪਰਾਲੀ ਦੇ ਮੁੱਦੇ ਦਾ ਹੱਲ ਹੈ ਉਹ ਕੱਢਣ ਦੇ ਵਿੱਚ ਫੇਲ ਸਾਬਤ ਹੋਈ ਹੈ ਸਰਕਾਰ। ਮੈਂ ਬਿਲਕੁਲ ਜਵਾਬ ਦੇਣਾ ਵਾ, ਇਹਨਾਂ ਨੂੰ ਰੋਕੋ ਇੱਕ ਮਿੰਟ, ਫਿਰ ਵਿੱਚੋਂ ਬੋਲੀ ਜਾਂਦੇ ਹੋ। ਜੀ ਗਰ ਸਾਹਿਬ, ਸੁਭਾਸ਼ ਜੀ ਗਰ ਸਾਹਿਬ ਦੀ ਗੱਲ ਸੁਣ ਲਿਓ। ਤੁਹਾਨੂੰ ਚਿੰਤਾ ਪਈ ਹੈ ਦਿੱਲੀ ਦੇ ਕੰਮਕਾਜ ਦਖਲਅੰਦਾਜ਼ੀ ਦੀ, ਦਿੱਲੀ ਦੇ ਕੰਮਕਾਜ। ਸੁਭਾਸ਼ ਜੀ ਫਿਰ ਵਾਰ-ਵਾਰ ਮੈਨੂੰ ਕਹਿਣਾ ਪੈਂਦਾ, ਗਰ ਸਾਹਿਬ ਦਾ ਦੂਜੇ ਦੀ ਵੀ ਗੱਲ ਸੁਣਿਆ ਕਰੋ। ਸੁਭਾਸ਼ ਜੀ ਦੂਜੇ ਦੀ ਵੀ ਗੱਲ ਸੁਣਿਆ ਕਰੋ, ਗਰ ਸਾਹਿਬ ਦੀ ਗੱਲ ਸੁਣ ਲਓ। ਪੰਜਾਬ ਦਾ ਕੀ ਹਾਲ ਹੈ, ਪੰਜਾਬ ਦੀ ਕੀ ਦੁਰਦਸ਼ਾ ਤੁਹਾਡੇ ਸਾਥ ਸੁਣ ਲਓ ਨਾ। ਹਾਂਜੀ ਗਰ ਸਾਹਿਬ, ਇੱਕ ਇਲਜ਼ਾਮ ਨਾ ਬੀਜੇਪੀ ਅਕਸਰ 4 ਮਹੀਨੇ ਸੁਣ ਲਓ ਗਰ ਸਾਹਿਬ ਜੀ ਕੰਟੀਨਿਊ ਕਰੋ, ਤੁਸੀਂ ਬੋਲੋ। ਤੁਸੀਂ ਝੂਠ ਦੀ ਫੈਕਟਰੀ ਸੁਣ ਲਓ। ਕੋਈ ਸਬਕ ਲੈ ਲਓ ਵੀ ਤੁਹਾਡੇ ਝੂਠ ਦਾ ਸੁਣ ਲਓ, ਝੂਠ ਦੀ ਫੈਕਟਰੀ ਸੁਣ ਲਓ। ਜੀ ਭਰ ਗਿਆ, ਲੋਕਾਂ ਵਗਾ ਕੇ ਮਾਰੀ ਮੂੰਹ ਤੇ ਚਪੇੜ, ਆ ਚੱਕੋ ਆਪਣੀ ਸੰਗਰੂਰ ਦੀ। ਹਾਂਜੀ ਗਰ ਸਾਹਿਬ, ਥੋੜੇ ਸ਼ਬਦਾਂ ਜਵਾਬ ਦੇ ਦਿਓ। ਸਰ ਮੈਂ ਦੇ ਦੇਣਾ, ਮੈਨੂੰ ਰੋਕੋ ਤਾਂ ਸਹੀ ਨਾ ਤੁਸੀਂ ਇਹਨੂੰ। ਸੁਭਾਸ਼ ਜੀ ਮੈਨੂੰ ਆਡੀਓ ਡਾਊਨ ਕਰਨੀ ਪਏਗੀ, ਵਾਰ-ਵਾਰ ਮੈਨੂੰ ਕਹਿਣਾ ਪਵੇਗਾ, ਉਹ ਚੰਗੀ ਗੱਲ ਹੈ। ਇੰਨੇ ਸੀਨੀਅਰ ਲੀਡਰ ਤੁਸੀਂ ਸਾਡੀ ਵੀ ਡਿਬੇਟ ਦਾ ਹਿੱਸਾ ਬਣਦੇ ਹੋ, ਫਿਰ ਇਹ ਤਾਂ ਕੋਈ ਤਰਕ ਨਹੀਂ ਬਣਦਾ ਨਾ। ਆਪਣੀ ਗੱਲ ਕਹੀ ਜਾਓ, ਦੂਜੀ ਦੀ ਗੱਲ ਸੁਣੋ ਹੀ ਨਾ। ਸੁਣੋ ਸਰ, ਏਦਾਂ ਇੱਕ ਇਲਜ਼ਾਮ ਬੀਜੇਪੀ ਬਾਰ-ਬਾਰ ਇਹ ਲਗਾਉਂਦੀ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਪ੍ਰਚਾਰ ਕਰ ਰਹੇ ਨੇ, ਆਮ ਆਦਮੀ ਦੇ ਪਾਰਟੀ ਦੇ ਲੀਡਰ ਇਸ਼ਤਿਹਾਰ ਦਿੰਦੇ ਆ। ਮੇਰਾ ਇੱਕ ਸਵਾਲ ਹੈ ਇਹਨਾਂ ਦਾ, ਕੀ ਬੀਜੇਪੀ ਦੀ ਨਰਿੰਦਰ ਮੋਦੀ ਸਰਕਾਰ ਨੇ 8000 ਕਰੋੜ ਰੁਪਇਆ ਇਸ਼ਤਿਹਾਰਾਂ ਤੇ ਨਹੀਂ ਖਰਚ ਕੀਤਾ? ਕੀ ਹਰਿਆਣੇ ਦੇ ਇਸ਼ਤਿਹਾਰ ਪੰਜਾਬ ਦੇ ਵਿੱਚ ਨਹੀਂ ਆਉਂਦੇ? ਕੀ ਇਹਨਾਂ ਦੇ ਲੀਡਰ ਹਰਿਆਣੇ ਦੇ ਵਿੱਚ ਦਿੱਲੀ ਦਾ ਕੰਮ ਰੋਕ ਕੇ ਕੇਂਦਰ ਸਰਕਾਰ ਨੂੰ ਅੱਜ ਮੋਦੀ ਨੂੰ ਚਾਹੀਦਾ ਸੀ, ਜਦੋਂ ਉਹ ਨਾਰਥਰਨ ਇੰਡੀਆ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਉਂਦੇ, ਇਸ ਮਸਲੇ ਦਾ ਹੱਲ ਕੱਢਦੇ, ਉਹ ਪ੍ਰਚਾਰ ਕਰਨ ਤੁਰੇ ਫਿਰਦੇ ਨੇ, ਕਦੇ ਹਿਮਾਚਲ ਤੇ ਕਦੇ ਗੁਜਰਾਤ ਦੇ ਵਿੱਚ। ਉਹਨਾਂ ਨੂੰ ਕਿਉਂ ਹਿੰਦੁਸਤਾਨ ਦਾ ਫਿਕਰ ਨਹੀਂ ਹੈਗਾ? ਠੀਕ ਹੈ ਨਾ, ਕਿਉਂਕਿ ਗੈਸ ਚੈਂਬਰ ਤੇ ਗੁਜਰਾਤ ਵੀ ਆਪ ਹੀ ਹੈਗਾ, ਹਰਿਆਣਾ ਵੀ ਹੈ, ਹਿਮਾਚਲ ਵੀ ਹੈ, ਰਾਜਸਥਾਨ ਵੀ ਹੈ, ਯੂਪੀ ਵੀ ਹੈ, ਸਾਰੀ ਹੈ। ਇਹ ਕੰਮ ਕਿਹਦਾ ਹੈਗਾ ਸੀ? ਪ੍ਰਧਾਨ ਮੰਤਰੀ ਸਾਹਿਬ ਦਾ ਸੀ। ਤੇ ਪ੍ਰਧਾਨ ਮੰਤਰੀ ਕਿਉਂ ਇਸ ਦੇ ਉੱਤੇ ਧਿਆਨ ਨਾ ਦੇ ਕੇ ਉਹ ਕਦੇ ਗੁਜਰਾਤ ਤੁਰੇ ਫਿਰਦੇ ਨੇ, ਕਦੇ ਹਿਮਾਚਲ ਤੁਰੇ ਫਿਰਦੇ ਨੇ? ਸੋ ਮੇਰਾ ਕਹਿਣ ਦਾ ਮਤਲਬ ਹੈਗਾ, ਇਹ ਪੂਰੀ ਸਿਆਸਤ ਨਾ ਕਰਨ, ਗੰਭੀਰ ਮੁੱਦਾ ਹੈ, ਸੰਜੀਦਾ ਮੁੱਦਾ ਹੈ, ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈਗੀ ਹੈ ਔਰ ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਸਾਨੂੰ ਹੈਗਾ, ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਦੇ ਔਰ ਸਿਰਫ ਤੇ ਸਿਰਫ ਇੱਕੋ ਹੀ ਗੱਲ ਦੀ ਚਿੰਤਾ ਹੈਗੀ ਕਿ ਬੀਜੇਪੀ ਜਦੋਂ ਇਹਨਾਂ ਦੀ ਆਪਣੀ ਨਹੀਂ ਚੱਲਦੀ ਤਾਂ ਸੰਵਿਧਾਨਕ ਪਾਵਰਾਂ ਨੂੰ ਜਿਹੜਾ ਹੈ, ਚਾਹੇ ਉਹ ਐਲਜੀ ਦੇ ਰੂਪ ਚ ਹੋਵੇ ਚਾਹੇ ਗਵਰਨਰ ਦੇ ਰੂਪ ਚ ਹੋਵੇ, ਉਹਨਾਂ ਨੂੰ ਯੂਜ਼ ਕਰਦੇ ਨੇ। ਠੀਕ ਹੈ ਗਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸੁਭਾਸ਼ ਸ਼ਰਮਾ ਜੀ ਜੁੜੇ ਸਭ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਪਰਾਲੀ ਦੇ ਮੁੱਦੇ ਤੇ ਸਿਆਸੀ ਘਮਸਾਨ ਹੋਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਦਿੱਲੀ ਦੇ ਐਲਜੀ ਨੂੰ ਸੀਐਮ ਭਗਵੰਤ ਮਾਨ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ। ਐਲਜੀ ਵੀਕੇ ਸਕਸੇਨਾ ਤੇ ਸਿਆਸਤ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਸੀਐਮ ਮਾਨ ਦੇ ਵੱਲੋਂ। ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਚਿੱਠੀ ਲਿਖ ਕੇ ਰਾਜਨੀਤੀ ਕਰ ਰਹੇ ਹੋ, ਅਜਿਹੇ ਗੰਭੀਰ ਵਿਸ਼ੇ ਤੇ ਰਾਜਨੀਤੀ ਕਰਨਾ ਠੀਕ ਨਹੀਂ। ਇਹ ਸ਼ਬਦਾਵਲੀ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜੀ ਵਰਤੀ ਗਈ ਹੈ, ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਦਿੱਲੀ ਦੇ ਉਪ ਰਾਜਪਾਲ ਨੂੰ। ਸੀਐਮ ਮਾਨ ਕਹਿੰਦੇ ਨੇ ਕਿ ਤੁਸੀਂ ਦਿੱਲੀ ਸਰਕਾਰ ਦੇ ਕੰਮਾਂ ਨੂੰ ਰੋਕ ਰਹੇ ਹੋ, ਰੈੱਡ ਲਾਈਟ ਔਨ ਗੱਡੀ ਆਫ ਕੰਪੇਨ ਨੂੰ ਰੋਕ ਦਿੱਤਾ ਗਿਆ। ਟਵੀਟ ਦੇ ਵਿੱਚ ਕਿਹਾ ਗਿਆ, ਤੁਹਾਨੂੰ ਵਿਸਥਾਰ ਨਾਲ ਦੱਸਦੇ। ਟਵੀਟ ਕਰਦੇ ਲਿਖਦੇ ਨੇ ਸੀਐਮ ਭਗਵੰਤ ਮਾਨ ਕਿ ਐਲਜੀ ਸਾਹਿਬ, ਤੁਸੀਂ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਕੰਮਾਂ ਨੂੰ ਰੋਕ ਰਹੇ ਹੋ, ਰੈੱਡ ਲਾਈਟ ਔਨ ਗੱਡੀ ਆਫ ਕੈਂਪੇਨ ਨੂੰ ਰੋਕ ਦਿੱਤਾ ਅਤੇ ਮੈਨੂੰ ਚਿੱਠੀ ਲਿਖ ਕੇ ਸਿਆਸਤ ਕਰ ਰਹੇ ਹੋ। ਇੰਨੇ ਗੰਭੀਰ ਮਸਲੇ ਤੇ ਸਿਆਸਤ ਠੀਕ ਨਹੀਂ। ਸੋ ਉਪ ਰਾਜਪਾਲ ਨੂੰ ਸੀਐਮ ਮਾਨ ਦੇ ਜਵਾਬ ਦਿੰਦੇ ਹੋਏ ਸਿੱਧੇ ਤੌਰ ਤੇ ਉਪ ਰਾਜਪਾਲ ਤੇ ਸਿਆਸਤ ਕਰਨ ਦੇ ਇਲਜ਼ਾਮ ਲਗਾ ਦਿੱਤੇ ਨੇ, ਕਿਉਂਕਿ ਉਪ ਰਾਜਪਾਲ ਨੇ ਵੱਡੀ ਟਿੱਪਣੀ ਕੀਤੀ ਕਿ ਪੰਜਾਬ ਤੋਂ 95% ਜਿਹੜਾ ਧੂੰਆਂ ਆ ਰਿਹਾ, 95% ਧੂਵੇਂ ਦੇ ਕਾਰਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲ ਰਿਹਾ। ਸੋ 95% ਸਿੱਧਾ ਇਸ ਸਮੱਸਿਆ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਉਪ ਰਾਜਪਾਲ ਦੇ ਵੱਲੋਂ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪਰ ਸੀਐਮ ਭਗਵੰਤ ਮਾਨ ਨੇ ਉਪ ਰਾਜਪਾਲ ਤੇ ਸਿਆਸਤ ਕਰਨ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਨੇ ਕਿਹਾ ਕਿ ਸਿਰਫ ਉਪ ਰਾਜਪਾਲ ਦੇ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ, ਚੁਣੀ ਹੋਈ ਸਰਕਾਰ ਦੇ ਕੰਮਕਾਜ ਨੂੰ ਰੋਕਿਆ ਜਾ ਰਿਹਾ ਹੈ। ਉੱਥੇ ਪੰਜਾਬ ਦੀ ਪਰਾਲੀ ਤੋਂ ਹੋ ਰਹੇ ਪ੍ਰਦੂਸ਼ਣ ਦੀ ਸੀਐਮ ਮਾਨ
ਤੇ ਕੇਜਰੀਵਾਲ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੰਨਦੇ ਹਾਂ ਕਿ ਪੰਜਾਬ ਦੇ ਵਿੱਚ ਪਰਾਲੀ ਸੜ ਰਹੀ ਹੈ ਤੇ ਅਗਲੇ ਸਾਲ ਨਵੰਬਰ ਤੱਕ ਪਰਾਲੀ ਦਾ ਪੱਕਾ ਹੱਲ ਕੀਤਾ ਜਾਵੇਗਾ। ਇਹ ਵੀ ਭਰੋਸਾ ਦਿੱਤਾ ਗਿਆ, ਇਹ ਵੀ ਦਾਅਵਾ ਕੀਤਾ ਗਿਆ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ। ਦਰਅਸਲ ਦੋਵਾਂ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪਰਾਲੀ ਦੇ ਮੁੱਦੇ ਤੇ। ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਹੈ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਕਿ ਅਗਲੇ ਸੀਜ਼ਨ ਤੱਕ ਯਾਨੀ ਅਗਲੇ ਝੋਨੇ ਦੇ ਸੀਜ਼ਨ ਤੱਕ ਪਰਾਲੀ ਦੇ ਮੁੱਦੇ ਦਾ ਹੱਲ ਕਰ ਦਿੱਤਾ ਜਾਵੇਗਾ। ਤੇ ਨਾਲ ਹੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਮੰਨੀ ਹੈ। ਸੀਐਮ ਭਗਵੰਤ ਮਾਨ ਨੇ ਵੀ ਕਿਹਾ ਕਿ ਜੇਕਰ ਉਹ ਸੂਬੇ ਦੇ ਮੁੱਖ ਮੰਤਰੀ ਨੇ ਸੂਬੇ ਦੇ ਵਿੱਚ ਪਰਾਲੀ ਸੜਦੀ ਹੈ ਤੇ ਇਸ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਜ਼ਿੰਮੇਵਾਰੀ ਲਈ ਗਈ ਹੈ। ਤੇ ਨਾਲ ਹੀ ਕਿਹਾ ਗਿਆ ਕਿ ਅਗਲੇ ਸਾਲ ਨਵੰਬਰ ਤੱਕ ਪਰਾਲੀ ਦਾ ਹੱਲ ਕਰ ਦੇਵਾਂਗੇ, ਹੁਣੇ ਤੋਂ ਹੀ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਦੂਸ਼ਣ ਉੱਤਰ ਭਾਰਤ ਦੀ ਸਮੱਸਿਆ ਸਿਰਫ ਦਿੱਲੀ ਤੇ ਪੰਜਾਬ ਜ਼ਿੰਮੇਵਾਰ ਨਹੀਂ ਹੈ। ਨਾਲ ਹੀ ਕਿਹਾ ਗਿਆ ਅਰਵਿੰਦ ਕੇਜਰੀਵਾਲ ਤੇ ਸੀਐਮ ਆਂਦੇ ਨੂੰ ਕਿ ਇੱਕ ਦੂਜੇ ਵੱਲ ਉਂਗਲ ਕਰਨ ਦੀ ਥਾਂ ਹੱਲ ਕੱਢਣਾ ਚਾਹੀਦਾ ਸਾਨੂੰ ਮਿਲ ਕੇ। ਕਿਸਾਨਾਂ ਤੇ ਪਰਚੇ ਕਰਨਾ ਕੋਈ ਹੱਲ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਤੇ ਪਰਚੇ ਕਰ ਵੀ ਦਿੰਦੇ ਆ ਪਰ ਇਸ ਦੇ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਉੱਤੇ ਸੀਐਮ ਮਾਨ ਨੇ ਕਿਹਾ ਕਿ ਝੋਨੇ ਦੀ ਥਾਂ ਹੋਰ ਫਸਲਾਂ ਦੇ ਲਈ ਅਸੀਂ ਉਤਸ਼ਾਹਿਤ ਕਰਾਂਗੇ ਕਿਸਾਨਾਂ ਨੂੰ। ਹੋਰ ਫਸਲਾਂ ਦੀ ਮਾਰਕੀਟਿੰਗ ਤੇ ਵੀ ਕੰਮ ਕੀਤਾ ਜਾ ਰਿਹਾ ਹੈ। नाम सत श्री अकाल। पंजाब में पराली जल रही है, हम मानते हैं पंजाब में पराली जल रही है। इसके लिए किसान जिम्मेदार नहीं है, किसानों को समाधान चाहिए। किसानों को जिस दिन समाधान मिल जाएगा वो पराली जलाना बंद कर देंगे, क्योंकि दिल्ली तक जब पराली का धुआं पहुंचता है उसके पहले तो उस किसान के खुद के घर में वो धुआं जाता है, उसके बच्चों के धुआं जाता है। तो उसके लिए किसान जिम्मेदार नहीं है, पंजाब में हमारी सरकार है। अगर पंजाब में पराली जल रही है उसके लिए हमारी सरकार हम जिम्मेदार हैं। हम इसकी जिम्मेदारी लेते हैं कि पंजाब में अगर पराली जल रही है, अभी हमारी सरकार को बने हुए 6 महीने हुए हैं। 6 महीने बहुत छोटा पीरियड होता है। बहुत सारी समस्याएं थी पंजाब की, बहुत सारे माफिया काम कर रहे थे पंजाब में, उन कई सारे माफियाओं को कंट्रोल किया है। इसके ऊपर भी मान साहब की सरकार ने कई कदम उठाए और मुझे उम्मीद है कि अगली साल तक जब अब लगे हुए हैं इस पे, अगली साल तक पराली के जलने का इंसिडेंस काफ़ी कम होगा। कई सारे कदम उठाए जाएंगे, स्पेसिफिक कठोर कदम उठाए जाएंगे, किसानों के साथ मिलकर कदम उठाए जाएंगे। लेकिन हम इसमें ब्लेम गेम नहीं करना चाहते। पंजाब के अंदर अगर पराली जल रही है उसके लिए हम जिम्मेदार हैं, हमारी सरकार जिम्मेदार है। किसान खुद भी पराली नहीं जलानी चाहता, लेकिन क्योंकि अगली फसल और धान और गेहूं की फसल में सिर्फ और सिर्फ 10-12 दिन का गैप है, तो वो 10-12 दिन में अपने खेत से पराली को कहीं इधर उधर भी नहीं कर सकता, तो उसके पास माचिस की तीली है बस। हमने 1,20,000 के आसपास जो मशीनें दी जो पराली को बीच में ही ज़मीन के बीच में ही खपत कर देती हैं। PAU ने एक ऐप बनाई, अगर टच करते हो तो आपको आपके रीजन में 2-3 किलोमीटर की रेंज में जितने भी मशीनें अवेलेबल हैं, ट्रैक्टर अवेलेबल हैं, आप वहाँ जाके कॉन्टैक्ट नंबर सहित उसमें आ जाते हैं। हमने गुरुद्वारा साहब जो गांव में हैं वहाँ पे बार बार हमने वहाँ गुरुद्वारा साहब में अनाउंसमेंट्स करवाई कि पवन गुरु पानी पिता माता तर्क महत। गुरु नानक साहब ने पवन को गुरु का दर्जा, पानी को पिता का दर्जा और धरती को माता का दर्जा दिया। ये तीनों दर्जे हमने कायम रखने हैं। इसके अलावा भी हमने बहुत सी पंचायतों को इनकरेज किया। तो पराली नहीं जलाना चाहता किसान, हाँ अगर जल रही है धुआं उठ रहा है तो हम उसकी जिम्मेदारी लेते हैं। हम कोई जिम्मेदारी से नहीं भाग रहे, जिम्मेदारी हम ले रहे हैं, लेकिन इसको मिल बैठ के हल करना पड़ेगा। क्योंकि समय कम था, फिर भी हमने बायो एनर्जी का इंडिया का पहला प्लांट बर्बियो कंपनी है जर्मनी की, वो लहरा काका के पास माननीय केंद्रीय मंत्री हरदीप पुरी जी वहाँ पे आए थे, उद्घाटन किया। वो एक प्लांट जो है 47,000 एकड़ की पराली उठा लेगा, पैसे भी देगा, उठा भी लेगा। एक प्लांट सिर्फ 47,000 एकड़, सिर्फ क्योंकि पंजाब में 75 लाख एकड़ में धान की बुआई होती है, तो एक से तो काम नहीं चलेगा।
ऐसी हमें पीसीओ कंपनियां चाहिए, पराली से बिजली बनाने वाली कंपनियां, पराली से सीएनजी बनाने वाली कंपनियां, बहुत कुछ लेटेस्ट आ गया। हम आपसे ये वादा करते हैं अगले साल नवंबर में इसी हॉल में शायद हम किसी और एंगल से बैठेंगे कि हम उस समय तक इसका हल कर चुके होंगे। अगले साल तक हमने अभी से लग गए हैं कि अगले साल बहुत सा एरिया, बहुत, अभी मैंने 75 लाख एकड़ बोला है, 35 लाख एकड़ में पराली नहीं जलती, सिर्फ 40 लाख एकड़ में जलती है। 40 लाख एकड़ को भी हम कोशिश करेंगे कि कहीं और किसी और फसल का बदलाव हो जाए, किसान को उतने ही पैसे जितना धान बीज कर 1 एकड़ से उसकी कमाई होती है किसी और फसल से हो जाए, चाहे तो वो सरसों हो, चाहे बाजरा हो, सूरजमुखी हो, पॉपुलर हो, सब्जियां हों, लेकिन मार्केटिंग चाहिए। तो इसके लिए हमने अभी से काम शुरू कर दिया। तो मैं एक बार फिर ये कहना चाहता हूँ कि सेंटर सरकार को मिलकर बैठना है। 2 चीज़ों की ज़रूरत है। केंद्र सरकार अब पीछे नहीं रह सकती, केंद्र सरकार को इसका नेतृत्व करना पड़ेगा। केंद्र सरकार को, बिहार तक प्रॉब्लम है, राजस्थान तक प्रॉब्लम है। राजस्थान के भिवाड़ी जिले में आज सीवियर कैटेगरी का पॉल्यूशन है। बिहार के मोतिहारी, बेतिया, कटिहार में वेरी पुअर कैटेगरी का पॉल्यूशन है। ये तो पंजाब की वजह से नहीं हो रहा ना। तो ये समस्या तो पूरे नॉर्दर्न इंडिया की समस्या है, जिसके लिए केंद्र सरकार को सामने आके प्रदूषणों के कारणों के ऊपर काम करना पड़ेगा। और जहां प्रदूषण है वहां पे जो स्टेप्स दिल्ली सरकार उठा रही है, ये स्टेप्स पूरे देश में उठाने की जरूरत है। जरूर जॉइंट मीटिंग होनी चाहिए, एक्सपर्ट से गाइडेंस होनी चाहिए, हम लोगों को भी गाइडेंस मिले एक्सपर्ट से, उन सब चीजों की जरूरत है। पर एक ही चीज है कि मतलब मैं देख रहा हूँ रोज अखबारों के अंदर केजरीवाल ने ये नहीं किया, केजरीवाल ने ये नहीं किया, केजरीवाल ने ये नहीं। अगर केजरीवाल को गालियां देने से अगर देश का प्रदूषण खत्म होता हो तो दे लो। प्रदूषण तो खत्म नहीं हो रहा ना केजरीवाल को गाली देने से, समाधान तो निकालना ही पड़ेगा ना। राजनीति से नहीं होगा, मिल बैठ के कंस्ट्रक्टिव अप्रोच करनी पड़ेगी।